कि फिर दिता सिखां ने बेदावा, संतां समय कशहरे उपर कोई निक्कर ना पवा सकिया। हुण पंथ दे वारसां नूं क्यों फिट बैठ रही है नागपुर वाली निक्कर। सिख तवारीख गवाही बेदावा लिखण लई सियाही लगदी है ते बेदावा पाड़न लई लहू। मैं की कहां तुहानूं फतेह बुलावां कि जय श्री राम कहां। ਉਹਦੀ ਸ਼ੁਰੂਆਤ ਜਿਹੜੀ ਹੈ ਕਿਉਂਕਿ ਕਸ਼ਹਿਰੇ ਦੇ ਉੱਤੋਂ ਦੀ ਨਿੱਕਰ ਪਾ ਲਈ ਹੈ ਤਾਂ ਨਿੱਕਰ ਭਾਰੂ ਤਾਂ ਨਹੀਂ ਪਏਗੀ। ਸਾਡੀ ਜਥੇਬੰਦੀ ਦਮਦਮੀ ਟਕਸਾਲ ਦੇ ਵਿੱਚ ਮੈਂ ਜ਼ਰੂਰ ਗੱਲਬਾਤ ਕਰਦਾ ਜਦੋਂ ਵੀ ਮੈਨੂੰ ਮੌਕਾ ਮਿਲਦਾ ਬਾਬਾ ਜੀ ਨਾਲ ਬੈਠਣ ਦਾ। ਇਹ ਉਹੀ ਆਰਐਸਐਸ ਹੈ, ਉਹੀ ਬੀਜੇਪੀ ਹੈ ਜਦੋਂ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਸੀ ਰੇਲਵੇ ਦੇ ਸਟੇਸ਼ਨ ਦੇ ਉੱਤੇ ਤੋੜਿਆ ਗਿਆ ਸੀ। ਇੱਥੇ ਤੋੜਨ ਤੋਂ ਬਾਅਦ ਵੀ ਜਿਹੜੀਆਂ ਨਾਅਰੇਬਾਜ਼ੀ ਕੀ ਹੋਈ ਸੀ, ਕੱਚ ਖੜਾ ਕਿਰਪਾਨ ਭੇਜੋ ਇਹਨਾਂ ਨੂੰ ਪਾਕਿਸਤਾਨ। ਜਿਨ੍ਹਾਂ ਨੇ ਅਜੇ ਤੱਕ ਲੱਡੂ ਵੰਡੇ ਹੁਣ ਦਰਬਾਰ ਸਾਹਿਬ ਤੇ ਹਮਲੇ ਤੇ ਬੇਅਦਬੀਆਂ ਦੇ ਉੱਤੇ ਕੋਈ ਗੱਲਬਾਤ ਕੀਤੀ ਹੋਵੇ, ਸ਼ਹੀਦਾਂ ਦੇ ਦਿਨਾਂ ਦੇ ਉੱਤੇ ਵੀ ਟਿੱਪਣੀਆਂ ਕਰਦੇ ਹੋਣ, ਸੋ ਉਹਨਾਂ ਦੇ ਵਿੱਚ ਜਾਣਾ, ਉਹਨਾਂ 'ਚ ਖੜਨਾ, ਅਸੀਂ ਕੀ ਕਹੀਏ, ਸ਼ਹੀਦਾਂ ਨੂੰ ਪਿੱਠ ਵਿਖਾਣਾ ਨਹੀਂ। ਇਹੀ ਦੇਸ਼ ਦੇ ਪ੍ਰਧਾਨ ਮੰਤਰੀ ਉੱਥੋਂ 18 ਕਿਲੋਮੀਟਰ ਵੀ ਚੱਲ ਕੇ ਅੱਗੇ ਨਹੀਂ ਸੀ ਆ ਸਕੇ। ਉਸ ਦੇਸ਼ ਪ੍ਰਧਾਨ ਮੰਤਰੀ ਜਿਹੜੇ ਨੇ ਨਰਿੰਦਰ ਮੋਦੀ, ਉਹਨਾਂ ਦੀਆਂ ਸਿਫਤਾਂ ਦੇ ਪੁਲ ਬੰਦੇ ਤੁਸੀਂ ਥੱਕਣ ਨਹੀਂ ਡੇ ਕਾਰਨ ਕਿਉਂਕਿ ਸਵਾਲ ਹੀ ਤੁਹਾਡਾ ਆਪੱਤੀਜਨਕ ਆ। ਮੈਂ ਤਾਂ ਹਫਟਰ ਰਿਹਾ ਹੈ ਤੇ ਗਾਂ ਵੀ ਮੈਂ ਉੱਥੇ ਆਉਂਦਾ ਜਾਂਦਾ ਹੀ ਰਹਿਣਾ, ਕੋਈ ਸ਼ੱਕ ਨਹੀਂ। ਰਹੀ ਗੱਲ ਨਾਗਪੁਰ ਦੀ, ਨਾਗਪੁਰ ਹੈੱਡਕੁਆਟਰ ਕਹਿਣ ਦਾ ਭਾਵ ਆਰਐਸਐਸ ਹੈੱਡਕੁਆਟਰ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ। ਮੈਂ ਆਰਐਸਐਸ ਨਾਲ ਨਹੀਂ ਜੁੜਿਆ, ਮੈਂ ਉਹਨਾਂ ਦੀ ਰਾਜਸੀ ਵਿੰਗ ਨਾਲ ਜੁੜਿਆ ਹੋਇਆ। ਬੀਜੇਪੀ ਦੀ ਸਟੇਜ ਹੋਏਗੀ, ਕੁਝ ਆਰਐਸਐਸ ਦੇ ਆਗੂ ਵੀ ਬੈਠੇ ਹੋਣਗੇ, ਸਭ ਲੋਕ ਬੈਠੇ ਨੇ। ਸਰ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦਾ ਜਦੋਂ ਜ਼ਿਕਰ ਹੋਏਗਾ ਤੇ ਜਦੋਂ ਉਹ ਲੋਕ ਉਹਨਾਂ ਨੂੰ ਉੱਥੇ ਅੱਤਵਾਦੀ ਕਹਿ ਕੇ ਸੰਬੋਧਨ ਕਰਨਗੇ ਔਰ ਉਹਨਾਂ ਦੀ ਸ਼ਹਾਦਤ ਨੂੰ ਕਤਲ ਕਹਿ ਕੇ ਸੰਬੋਧਨ ਕਰਨਗੇ, ਜਿਨੇ ਪੰਜਾਬ ਦੇ ਵਿੱਚ ਹੱਕਾਂ ਦੇ ਲਈ ਇਹ ਦੋਸ਼ੀ ਨੌਜਵਾਨ ਮਾਰੇ ਗਏ ਨੇ, ਉਹਨਾਂ ਨੂੰ ਅੱਤਵਾਦੀ ਕਹਿ ਕੇ ਸੰਬੋਧਨ ਕਰਨਗੇ, ਕਿੱਦਾਂ ਜਰੂਰ। ਮੈਂ ਇੱਕ ਸਬੂਤ ਦੇ ਨਾਲ ਤੁਹਾਡੇ ਨਾਲ ਗੱਲ ਕਰਾਂ ਕਿ ਤੁਹਾਡੇ ਤੇ ਥੋੜਾ ਥੋੜਾ ਆਰਐਸਐਸ ਦਾ ਰੰਗ ਚੜ ਚੁੱਕਾ ਹੈ ਔਰ ਕਿਨਾਰਾ ਕਰ ਚੁੱਕੇ ਹੋ ਸੰਤਾਂ ਤੋਂ ਥੋੜਾ ਜਿਹਾ। ਪ੍ਰੋਫੈਸਰ ਸਰਚਾਂਦ ਸਿੰਘ ਜਿਹੜੇ ਨੇ ਉਹ ਆਰਐਸਐਸ ਨੂੰ ਜਾਂ ਨਾਗਪੁਰ ਨੂੰ ਜਾਂ ਬੀਜੇਪੀ ਨੂੰ ਵਰਤ ਰਹੇ ਨੇ ਕਿ ਜਾਂ ਉਹ ਪ੍ਰੋਫੈਸਰ ਸਰਚਾਂਦ ਨੂੰ ਵਰਤ ਰਹੇ ਨੇ ਐਸਜੀਪੀਸੀ ਤੇ ਕਾਬਜ਼ ਹੋਣ ਲਈ। ਇਹੋ ਜਿਹੀ ਕੋਈ ਗੱਲ ਕਿਸੇ ਬਣੀ ਨਹੀਂ ਹੈਗੀ। ਨਾ ਮੈਂ ਆਰਐਸਐਸ ਨੂੰ ਜਾਂ ਬੀਜੇਪੀ ਨੂੰ ਵਰਤ ਰਿਹਾ, ਨਾ ਬੀਜੇਪੀ ਮੈਨੂੰ ਵਰਤ ਰਹੀ ਹੈ। ਤੁਹਾਡੇ ਵਾਸਤੇ ਬੁਰੀ ਕਿਥੋਂ ਤੱਕ ਹੈ? ਆਕਾ ਹੁਣ ਕੌਣ ਹੈ? ਮੌਜੂਦਾ ਆਕਾ ਹੀ ਕਹੀਏ ਤਾਂ ਕੌਣ ਹੈ? ਸੂਬੇ ਦਾ ਕਦਰਦਾਨ ਕਦੇ ਵੀ ਹੋਊਗਾ, ਮੈਂ ਉਹਦੇ ਪੈਰੇ ਵੀ ਬੈਠਣ ਲਈ ਤਿਆਰ ਹਾਂ, ਕੋਈ ਸ਼ੱਕ ਨਹੀਂ। ਉਹ ਮੇਰੀਆਂ ਭਾਵੇਂ ਜੇ ਤੁਸੀਂ ਮੇਰੇ ਪੰਥ ਦਾ ਕੁਝ ਸਵਾਰ ਦੋਗੇ ਨਾ, ਮੇਰੇ ਚੰਮਦੀਆਂ ਭਾਵੇਂ ਤੁਸੀਂ ਜੁੱਤੀਆਂ ਬਣਾ ਕੇ ਪਾ ਲਓ, ਮੈਂ ਉਹ ਵੀ ਪਵਾ ਦਾਂ। ਹੋਰ ਦੱਸੋ। ਸਿੱਖੀ ਨੂੰ ਖਤਮ ਕਰਨ ਲਈ ਮੁਗਲਾਂ ਨੇ ਜਾਗੀਰਾਂ ਤੇ ਹੂਰਾਂ ਦੇ ਲਾਲਚ ਦਿੱਤੇ, ਪਰ ਈਮਾਨ ਨਹੀਂ ਡੋਲਿਆ ਸਿੱਖਾਂ ਦਾ ਔਰ ਉਹਨਾਂ ਸ਼ਹਾਦਤ ਨੂੰ ਗਲੇ ਲਗਾ ਲਿਆ। ਅੰਗਰੇਜ਼ਾਂ ਦਾ ਦੌਰ ਆਇਆ, ਸਿੱਖੀ ਚਿਹਰਿਆਂ ਦੇ ਵਿੱਚ ਕਈ ਰਾਜੇ, ਕਈ ਮਹਾਰਾਜੇ ਤੇ ਕਈ ਹੋਰ ਲੋਕ ਕੌਮ ਨਾਲ, ਪੰਥ ਨਾਲ, ਸਭ ਨਾਲ ਗਦਾਰੀ ਕਰ ਗਏ। ਦੇਖੇ ਤੁਸੀਂ ਸਭ ਨੇ ਇਤਿਹਾਸ ਗਵਾਏ। ਇਹ ਗਿਰਾਵਟ ਦੇਸ਼ ਦੀ ਜਦੋਂ ਆਜ਼ਾਦੀ ਹੋਈ ਉਹਦੇ ਬਾਅਦ ਵੀ ਆਈ। ਇਹ ਦੁਖਾਂਤ ਫਿਰ ਵਾਪਰਦਾ ਹੈ, ਬਾਰ-ਬਾਰ ਵਾਪਰਦਾ ਹੈ। ਪਰ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਮੁਗਲਾਂ ਦੇ ਸਮੇਂ ਦਾ ਸਿੱਖ ਇਤਿਹਾਸ ਫਿਰ ਦੁਬਾਰਾ ਦੁਹਰਾਇਆ। ਨਾ ਉਹ ਵਿਕੇ ਨਾ ਚੁੱਕੇ, ਅੜੇ ਔਰ ਹੱਕਾਂ ਲਈ ਲੜੇ, ਸ਼ਹਾਦਤ ਦਾ ਜਾਮ ਵੀ ਪੀ ਗਏ। ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਸੋ ਇਸੇ ਹੀ ਵੇਲ ਦੇ ਵਿੱਚੋਂ ਇੱਕ ਬੂਟਾ ਜਿਨ੍ਹਾਂ ਦੇ ਨਾਂ ਦੇ ਨਾਲ ਦਮਦਮੀ ਟਕਸਾਲ ਜੁੜਦਾ, ਸੋ ਉਹਨਾਂ ਦਾ ਨਾਂ ਹੈ ਪ੍ਰੋਫੈਸਰ ਸਰਚਾਂਦ ਸਿੰਘ ਜੀ। ਸਰਚਾਂਦ ਸਿੰਘ ਜੀ, ਆਪ ਜੀ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਫਤਿਹ ਇਸ ਕਰਕੇ ਨਹੀਂ ਬੁਲਾਈ ਕਿਉਂਕਿ ਹੁਣੇ ਤਾਜ਼ਾ ਤੁਸੀਂ ਆਰਐਸਐਸ ਦੇ ਪੱਲਾ ਫੜਿਆ ਅਤੇ ਮੈਨੂੰ ਇਹ ਲੱਗਾ ਕਿ ਮੈਂ ਕੀ ਕਹਾਂ ਤੁਹਾਨੂੰ, ਫਤਿਹ ਬੁਲਾਵਾਂ ਕਿ ਜੈ ਸ਼੍ਰੀ ਰਾਮ ਕਹਾਂ? ਗੁਰੂ ਦੀ ਫਤਿਹ,
ਜੁਗਾਂ ਜੁਗਾਂ ਤੱਕ ਫਤਿਹ ਚੱਲਦੀ ਰਹਿਣੀ ਆ। ਠੀਕ ਹੈ ਇਸ ਕਰਕੇ ਆਪਾਂ ਗੁਰਸਿੱਖ ਦੇ ਤੌਰ 'ਤੇ ਇੱਕ ਦੂਜੇ ਨੂੰ ਫਤਿਹ ਬੁਲਾਉਣਾ ਹੀ ਇਹ ਪ੍ਰਵਾਨ ਕੀਤਾ ਗਿਆ। ਜੀ ਬਿਲਕੁਲ। ਸੋ ਕਹਿਣ ਤੋਂ ਭਾਵ ਹੈ ਕਿ ਜਦੋਂ ਸਟੇਜ ਹੋਏਗੀ ਕਿਸੇ ਵੀ ਸਟੇਜ ਤੇ ਬੀਜੇਪੀ ਦੀ RSS ਦੀ ਸਟੇਜ, ਉਹਦੀ ਸ਼ੁਰੂਆਤ ਜਿਹੜੀ ਹੈ, ਕਿਉਂਕਿ ਕਛਹਿਰੇ ਦੇ ਉੱਤੋਂ ਦੀ ਨਿੱਕਰ ਪਾ ਲਈ ਹੈ ਤਾਂ ਨਿੱਕਰ ਭਾਰੂ ਤਾਂ ਨਹੀਂ ਪਏਗੀ। ਪਹਿਲੀ ਗੱਲ ਤਾਂ ਇਹ ਆ, ਸਾਨੂੰ ਕੁਝ ਗੱਲਾਂ ਜਿਹੜੀਆਂ ਨੇ ਉਹ ਕਲੀਅਰ ਹੋ ਜਾਣੀਆਂ ਚਾਹੀਦੀਆਂ ਨੇ। ਤੁਸੀਂ ਸਿਆਸੀ ਜਮਾਤ ਔਰ ਸਮਾਜਿਕ ਜਮਾਤ ਨੂੰ, ਭਾਵੇਂ ਬੇਸ਼ੱਕ ਉਹਨਾਂ ਦੀ ਜਮਾਤ ਦੇ ਵਿੱਚ ਸਾਂਝ ਹੋਵੇਗੀ, ਪਰ ਸਾਡੇ ਵਾਸਤੇ ਉਹ ਜਿਹੜੀ ਸਿਆਸੀ ਔਰ ਉਹਨਾਂ ਦੀ ਜਿਹੜੀ ਸਮਾਜਿਕ ਜਮਾਤ ਆ, ਸਾਨੂੰ ਉਹ ਵੱਖੋ ਵੱਖਰਿਆਂ ਨੂੰ ਹੀ ਅਪਣਾਉਣਾ ਪਏਗਾ। ਮੈਂ ਜੇ ਰਾਜਸੀ ਪਾਰਟੀ ਦੀ ਚੋਣ ਕੀਤੀ ਹੈ ਤੇ BJP ਦੀ ਚੋਣ ਕੀਤੀ ਹੈ, ਜਿਹੜੀ ਕਿ ਇੱਕ ਸਿਆਸੀ ਜਮਾਤ ਆ। ਗੱਲ ਕੀਤੀ ਜਾਵੇ ਮੌਜੂਦਾ ਸਮੇਂ ਦੀ, ਜੋ ਮੌਜੂਦਾ ਹਾਲਾਤ ਨੇ, ਜਨਤਾ ਨੇ, ਬਹੁਤ ਸਾਰੇ ਲੋਕ ਗਏ ਨੇ RSS ਨਾਲ ਜੁੜੇ ਨੇ, ਬਹੁਤ ਸਾਰਿਆਂ ਨੇ RSS ਦਾ ਪੱਲਾ ਫੜਿਆ, ਉਹਨਾਂ ਦੀ ਸਟੇਜ ਤੇ ਚੜ੍ਹੇ। ਪਰ ਪ੍ਰੋਫੈਸਰ ਸਰਚਾਂਦ ਸਿੰਘ, ਕਿਉਂਕਿ ਤੁਹਾਡੇ ਨਾਂ ਦੇ ਨਾਲ ਦਮਦਮੀ ਟਕਸਾਲ ਜੁੜਦਾ, ਪਹਿਲਾਂ ਤਾਂ ਇਹ ਕਲੀਅਰ ਕਰੋ ਕਿ ਕੁਝ ਲੋਕ ਤੁਹਾਨੂੰ ਕਹਿੰਦੇ ਨੇ ਕਿ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ, ਕੋਈ ਤੁਹਾਨੂੰ ਮੀਡੀਆ ਇੰਚਾਰਜ ਕਹਿੰਦੇ ਨੇ, ਤੁਸੀਂ ਅਸਲ ਦੇ ਵਿੱਚ ਸੇਵਾਵਾਂ ਨਿਭਾ ਰਹੇ ਹੋ ਕਿ ਸੇਵਾਵਾਂ ਛੱਡ ਚੁੱਕੇ ਹੋ, ਤੇ ਜੇ ਸੀ ਤੇ ਕੀ ਸੀ? ਰਿਸ਼ਪਾਲ ਸਿੰਘ, ਮੈਂ ਦਮਦਮੀ ਟਕਸਾਲ ਨਾਲ ਜੁੜਿਆ ਰਿਹਾ। ਦਮਦਮੀ ਟਕਸਾਲ ਤੇ ਤੁਸੀਂ ਯਕੀਨ ਜਾਣਿਓ, ਮੈਨੂੰ ਕਿਸੇ ਤਰ੍ਹਾਂ ਦੀ ਆਫੀਸ਼ੀਅਲੀ ਮੇਰੇ ਕੋਲ ਉੱਥੇ ਕੋਈ ਵੀ ਅਧਿਕਾਰ ਜਾਂ ਨਹੀਂ ਸੀ, ਪਰ ਫਿਰ ਵੀ ਕਿਉਂਕਿ ਬਾਬਾ ਜੀ ਨੇ ਮੇਰੀ ਜ਼ਿੰਮੇਵਾਰੀ ਮੀਡੀਆ ਦੇ ਉੱਤੇ ਲਾਈ ਸੀ, ਮੀਡੀਆ ਨਾਲ ਡਾਇਲਾਗ ਕਰਨ ਵਾਸਤੇ ਤੇ ਮੀਡੀਆ ਪ੍ਰੈਸ ਨੋਟ ਜਾਰੀ ਕਰਨ ਵਾਸਤੇ ਜੋ ਵੀ ਪਾਲਿਸੀਆਂ ਬਣਾਉਣੀਆਂ ਨੇ, ਤੋ ਮੇਰੇ ਵੱਲੋਂ ਕੀਤੇ ਹੋਏ ਕਾਰਜ ਨੂੰ ਸਾਡੇ ਮੀਡੀਆ ਨੇ ਐਕਸੈਪਟ ਕੀਤਾ ਔਰ ਉਹਨਾਂ ਨੇ ਮੈਨੂੰ ਐਜ਼ ਏ ਦਮਦਮੀ ਟਕਸਾਲ ਦਾ ਬੁਲਾਰਾ ਹੀ ਤਸੱਵਰ ਕਰ ਲਿਆ, ਜਦੋਂ ਕਿ ਮੈਂ ਕੋਈ ਬੁਲਾਰਾ ਨਹੀਂ ਸਾਂ। ਸਾਡੇ ਕੋਲ ਹੋਰ ਬੁਲਾਰੇ ਨੇ ਜਿਨ੍ਹਾਂ ਨੂੰ, ਪਰ ਇਸ ਜਿਹੜੇ ਸ਼ਬਦ ਆ ਲੱਭਿਆ, ਇਸ ਲਫ਼ਜ਼ ਨੂੰ ਨਾ ਕਿਸੇ ਨੇ ਨਕਾਰਿਆ ਤੇ ਨਾ ਕਿਸੇ ਨੇ ਖੰਡਨ ਕੀਤਾ। ਇਸੇ ਕਰਕੇ ਚੱਲਦਾ ਆ ਰਿਹਾ। ਵੈਸੇ ਤਾਂ ਮੈਂ ਦਮਦਮੀ ਟਕਸਾਲ ਦੇ ਨਾਲ ਜੁੜਿਆ ਰਿਹਾ ਹਾਂ। ਇੱਕ ਹੁਣ ਵੀ ਜੁੜੇ ਹੋ ਕਿ ਜਾਂ ਦਮਦਮੀ ਟਕਸਾਲ ਕਿਨਾਰਾ ਕਰ ਚੁੱਕੀ ਹੈ? ਜੇ ਕਿਨਾਰਾ ਕਰ ਚੁੱਕੀ ਤਾਂ ਕਦੋਂ ਤੋਂ? ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਟਕਸਾਲ ਸਾਡੀ ਇੱਕ ਧਾਰਮਿਕ ਜਥੇਬੰਦੀ ਆ। ਧਾਰਮਿਕ ਜਥੇਬੰਦੀਆਂ ਦੇ ਵਿੱਚੋਂ ਕਈਆਂ ਦੇ ਸੰਬੰਧ ਰਾਜਸੀ ਜਥੇਬੰਦੀਆਂ ਜਾਂ ਹੋਰ ਸਾਹਿਤਕ ਧਾਰਮਿਕ ਜਥੇਬੰਦੀਆਂ ਨਾਲ ਵੀ ਹੋ ਸਕਦੇ ਨੇ, ਪਰ ਜੇ ਮੇਰੀ ਗੱਲ ਕਹੋ ਤਾਂ ਮੈਂ ਦਮਦਮੀ ਟਕਸਾਲ ਤੋਂ 2 ਮਹੀਨੇ ਪਹਿਲਾਂ ਹੀ ਛੁੱਟੀ ਲੈ ਲਈ ਸੀ। 2 ਮਹੀਨੇ ਪਹਿਲਾਂ ਜੀ। ਤੋਂ ਤਿਆਰੀ ਜਿਹੜੀ ਹੈ BJP ਦੇ ਨਾਲ ਗੱਲਬਾਤ ਦੀ, ਇਹ ਤਾਂ ਮਤਲਬ ਕਾਫੀ ਅਰਸਾ ਲੰਬਾ ਪਹਿਲਾਂ ਤੋਂ ਹੀ ਚੱਲਦੀ ਪਈ ਸੀ? ਨਹੀਂ, BJP ਨਾਲ ਨਹੀਂ ਗੱਲਬਾਤ ਚੱਲਦੀ ਰਹੀ। RSS ਨਾਲ ਸੀ? ਨਹੀਂ, ਬਿਲਕੁਲ ਨਹੀਂ। ਸਿਰਫ ਤੋਂ ਸਿਰਫ ਸਾਡੀ ਜਥੇਬੰਦੀ ਦਮਦਮੀ ਟਕਸਾਲ ਦੇ ਵਿੱਚ ਮੈਂ ਜ਼ਰੂਰ ਗੱਲਬਾਤ ਕਰਦਾ ਹਾਂ ਜਦੋਂ ਵੀ ਮੈਨੂੰ ਮੌਕਾ ਮਿਲਦਾ ਬਾਬਾ ਜੀ ਨਾਲ ਬੈਠਣ ਦਾ। ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਜੇ ਤੁਸੀਂ ਕਿਤੇ ਬੈਠਣ ਦਾ ਤੁਹਾਨੂੰ ਮੌਕਾ ਮਿਲੇ ਤਾਂ ਬੈਠ ਕੇ ਜ਼ਰੂਰ ਵੇਖਿਓ। ਉਹਨਾਂ ਦੇ ਮਨ ਦੇ ਵਿੱਚ ਸਿੱਖ ਕੌਮ ਦੇ ਜਿਹੜੇ ਆ ਨਾ ਮੰਗਾਂ ਪ੍ਰਤੀ, ਸਿੱਖ ਕੌਮ ਦੇ ਜਿਹੜੇ ਦੁਖਾਂਤ ਆਪਾਂ ਭੋਗ ਰਹੇ ਹਾਂ, ਰਾਜਸੀ ਤੌਰ 'ਤੇ, ਧਾਰਮਿਕ ਤੌਰ 'ਤੇ ਜਾਂ ਹੋਰ ਸਮਾਜਿਕ ਤੌਰ 'ਤੇ ਜਿਹੜੀਆਂ, ਉਹ ਹਮੇਸ਼ਾ ਚਿੰਤਾ ਤੋਂ ਰਹੇ ਨੇ ਕਿ ਇਹਨਾਂ ਮਸਲਿਆਂ ਦਾ ਬੜੇ ਲੰਬੇ ਸਮੇਂ ਤੋਂ ਮਸਲੇ ਲਟਕਦੇ ਆ ਰਹੇ ਨੇ। ਜੀ ਕਾਂਗਰਸ ਦੀਆਂ ਜਿਹੜੀਆਂ ਨੇ ਇਹ ਸਾਜ਼ਿਸ਼ਾਂ ਕਾਰਨ ਸਾਨੂੰ ਸ਼ਿਕਾਰ ਦਾ ਹੋਣਾ ਪੈ ਰਿਹਾ ਹੈ, ਇਹਨਾਂ ਦਾ ਹੱਲ ਕੀ ਆ? ਇਹਨਾਂ ਦਾ ਹੱਲ ਹੋਣਾ ਚਾਹੀਦਾ। ਪਰ 2015 ਦੀ, ਚਲੋ ਮੈਂ ਬੇਸ਼ੱਕ ਇਸ ਮਸਲੇ ਨਾਲ ਨਹੀਂ ਜੁੜੀ ਗੱਲ, ਪਰ ਮੈਂ ਇੱਕ ਲਾਈਨ ਜੀ ਛੋਟੀ ਜਿਹੀ ਤੁਹਾਡੀ ਇਸ ਜੋ ਤੁਸੀਂ ਕਹਿੰਦੇ ਬਾਬਾ ਜੀ ਬਹੁਤ ਚਿੰਤਾ ਕਰ ਰਹੇ ਨੇ, 2015 ਦਾ ਵਾਕਿਆ ਸਭ ਨੇ ਦੇਖਿਆ, ਏਡੀ ਵੱਡੀ ਬੇਅਦਬੀ ਹੋਈ, ਸਭ ਨੇ ਦੇਖੀ ਹੈ, ਤੇ ਉਹਦੇ ਬਾਅਦ ਇਹਨਾਂ ਦਾ ਚੁੱਪ ਰਹਿਣਾ ਤੇ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਾ ਹੋਣਾ, ਇਹ ਕਿਹੋ ਜਿਹੀ ਚਿੰਤਾ ਸੀ, ਕਿਹੋ ਜਿਹਾ ਮੰਥਨ ਸੀ, ਕਿਹੋ ਜਿਹੀ ਅਸੀਂ ਕਹੀਏ ਤਾਂ ਪੰਥ ਲਈ, ਕੌਮ ਲਈ? ਰਛਪਾਲ ਸਿੰਘ, ਗੱਲ ਇਸ ਤਰ੍ਹਾਂ ਵਾ, ਵੇਖਣ ਵਾਲਿਆਂ ਨੂੰ ਪਤਾ ਨਹੀਂ ਲੱਗਦਾ, ਪਰ ਨਾਲ ਵਿਚਰ ਵਾਲਿਆਂ ਨੂੰ ਪਤਾ ਹੈ। ਠੀਕ ਹੈ, ਔਰ ਚੁੱਪ ਨਹੀਂ ਰਹੇ। ਉਹਨਾਂ ਨੇ ਹਮੇਸ਼ਾ ਹੀ ਇਹਨਾਂ ਜਿਹੜੇ ਮਸਲੇ ਨੇ, ਜਾਂ ਭਾਵੇਂ ਬੇਅਦਬੀ ਵਾਲੇ ਮਸਲੇ ਹੋਣ ਜਾਂ ਜਿਹੜੇ ਆਪਣੇ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਹੈ ਉਸ ਮਸਲੇ 'ਤੇ ਹੋਣ, ਜਾਂ ਸਿੰਘਾਂ 'ਤੇ ਗੋਲੀ ਚਲਾਉਣ ਦਾ ਮਸਲਾ ਹੋਵੇ, ਬਾਬਾ ਜੀ ਨੇ ਹਮੇਸ਼ਾ ਅੱਗੇ ਹੋ ਕੇ ਆਵਾਜ਼ ਬੁਲੰਦ ਕੀਤੀ ਆ। ਔਰ ਅਕਾਲੀ ਲੀਡਰਸ਼ਿਪ ਨੂੰ ਮਿਲ ਕੇ ਵੀ ਉਹਨਾਂ ਨੇ ਕਈ ਵਾਰ ਇਸ ਬਾਰੇ ਗੱਲਾਂ ਬਾਤਾਂ ਕੀਤੀਆਂ ਨੇ। ਪਰ ਠੀਕ ਹੈ, ਉਹਨਾਂ ਦੀਆਂ ਆਪਣੀਆਂ ਪ੍ਰੋਗਰਾਮ ਮਜ਼ਬੂਤੀਆਂ ਹੋਣੀਆਂ ਜਾਂ ਨਹੀਂ ਹੋ ਪਾਇਆ। ਪਰ ਜੇ ਮੇਰੀ ਆਪਣੀ ਗੱਲ ਕਰੋ ਤਾਂ ਮੈਂ ਆਪਣੀ ਗੱਲ ਜਿਹੜੀ ਰਹਿ ਗਈ ਸੀ, ਮੁਕਾਦਮਾ ਕਿਵੇਂ ਸਬੱਬ ਬਣਿਆ। ਸੋ ਇਹੋ ਜਿਹੇ ਮਸਲਿਆਂ ਨੂੰ ਹੱਲ ਕਰਾਉਣ ਵਾਸਤੇ ਸਾਨੂੰ ਜ਼ਰੂਰੀ ਸੀ ਕਿ ਡਾਇਲਾਗ ਜਿਹੜਾ ਅਗਲੇ ਬਣੇ ਉਹ ਚੱਲਦਾ ਰਹੇ। ਤੋ ਇਹ ਚਿੰਤਾ ਜਦੋਂ ਮੈਂ ਜ਼ਾਹਿਰ ਕੀਤੀ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਬਾਬਾ ਜੀ ਜਿੰਨਾ ਚਿਰ ਅਸੀਂ ਖੇਤ 'ਚ ਨਾ ਵੜੀਏ ਉਹਨਾਂ 'ਚ ਗੱਲ ਨਹੀਂ ਬਣਨੀ, ਸਾਨੂੰ ਇਸ ਬਾਰੇ ਕੋਸ਼ਿਸ਼ ਕਰਨੀ। ਬਾਬਾ ਜੀ ਸਹਿਮਤ ਨਹੀਂ ਸੀ ਮੇਰੀ ਇਸ ਗੱਲ ਨਾਲ ਬੇਸ਼ੱਕ ਦੀ, ਪਰ ਫਿਰ ਵੀ ਮੈਂ ਉਹਨਾਂ ਨੂੰ ਇਹੋ ਕਿਹਾ ਕਿ ਬਾਬਾ ਜੀ ਮੈਨੂੰ ਆਪਣੀ ਜਿਹੜੀ ਭੂਮਿਕਾ ਜਿਹੜੀ ਹੈ ਇਸ ਵੇਲੇ ਮੈਨੂੰ ਲੱਗਦਾ ਕਿ ਮੈਨੂੰ ਨਿਭਾਉਣੀ ਚਾਹੀਦੀ ਆ। ਕਿਉਂਕਿ ਅੱਜ ਦੀ ਜਿਹੜੀ
ਹਕੂਮਤ ਆ, ਮੋਦੀ ਵਾਲੀ ਹਕੂਮਤ ਦੂਜੀਆਂ ਹਕੂਮਤਾਂ ਨਾਲੋਂ ਬਹੁਤ ਫਰਕ ਆ। ਇਸ ਮੋਦੀ ਨੇ ਆਉਂਦਿਆਂ ਹੀ ਮੋਦੀ ਸਾਹਿਬ ਨੇ ਬਹੁਤ ਕੁਝ ਜਿਹੜੀ ਹੈ ਨਾ ਸੁਹਿਰਦਤਾ ਦਾ ਸਿੱਖਾਂ ਪ੍ਰਤੀ ਦਿਖਾਇਆ ਹੈ, ਉਹਨਾਂ ਨੇ ਕੰਮ ਕਰਕੇ ਵਿਖਾਇਆ ਸਾਨੂੰ। ਜਿਵੇਂ ਕਾਫੀ ਮੁੱਦੇ ਜੇ ਆਪਾਂ ਗਿਣਾਉਣ ਲੱਗ ਪਈਏ ਤਾਂ ਬੜਾ ਲੰਬਾ ਚੌੜਾ ਲਿਸਟ ਹੋ ਜਾਂਦਾ। ਤੋ ਚਲੋ ਛੋਟੀਆਂ ਜਿਹੜੀਆਂ 2-4 ਗੱਲਾਂ ਤੋਂ ਆਪਾਂ ਗੱਲ ਕਰ ਲਈਏ। ਤੇ ਵੇਖੋ, ਸ਼੍ਰੀਮਤੀ ਇੰਦਰਾ ਗਾਂਧੀ ਨੇ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਨੂੰ ਅਟੈਕ ਕਰਨ ਵਾਸਤੇ ਕਿਹੜਾ ਦਿਨ ਚੁਣਿਆ ਸੀ? ਉਹ ਕਿਉਂ ਚੁਣਿਆ ਸੀ? ਉਹ ਕਿਉਂ ਅਟੈਕ ਕਰਵਾਇਆ ਸੀ? ਸਿਰਫ ਇਸ ਕਰਕੇ ਨਾ ਭਾਈ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਤੋੜਦੀ ਹੈ। ਬਈ ਸੰਤ ਜਰਨੈਲ ਸਿੰਘ ਨੇ ਤਾਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਤੇ ਮੋਰਚਾ ਲਾਇਆ ਸੀ। ਉਹ ਪੰਜਾਬ ਦੇ ਮਸਲੇ ਸੀ, ਉਹ ਕੇਵਲ ਸਿੱਖਾਂ ਦੇ ਮਸਲੇ ਨਹੀਂ ਸੀ, ਪੰਜਾਬੀਆਂ ਦੇ ਮਸਲੇ ਸੀ। ਚਲੋ ਉਹਨਾਂ ਨੇ ਹਿੰਦੂ ਔਰ ਸਿੱਖਾਂ ਦੇ ਵਿੱਚ ਪਾੜਾ ਪਾਉਣ ਵਾਸਤੇ ਉਹ ਗੁਰਪੁਰਬ ਵਾਲੇ ਦਿਨ ਗੁਰਪੁਰਬ ਦੇ ਗੁਰੂ ਅਰਜਨ ਦੇਵ ਜੀ ਦੇ ਉਹ ਦਰਬਾਰ ਸਾਹਿਬ ਤੋਂ ਟੋਪਾ ਟੈਂਕਾਂ ਨਾਲ ਹਮਲਾ ਕਰਕੇ ਹਜ਼ਾਰਾਂ ਸਿੰਘ ਤੇ ਸ਼ਰਧਾਲੂ ਸ਼ਹੀਦ ਕਰ ਦਿੱਤੇ। ਉਸ ਤੋਂ ਬਾਅਦ ਭਾਵੇਂ ਬੇਸ਼ੱਕ 84 ਦਾ ਕਾਂਡ ਵਾਪਰਦਾ, ਸਾਰਾ ਕੁਝ ਵਾਪਰਦਾ। ਮੈਂ ਚਾਹਾਂਗਾ ਥੋੜਾ ਸਾਰਾਂਸ਼। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਜੇ ਮੋਦੀ ਸਾਹਿਬ ਆਏ ਨੇ ਤੇ ਉਹਨਾਂ ਨੇ ਗੁਰਪੁਰਬ ਦੇ ਦਿਨ ਨੂੰ, ਦਿਹਾੜ ਨੂੰ ਕਿਸ ਸੰਦਰਭ 'ਚ ਵਰਤਿਆ? ਦੋਨਾਂ ਦੇ ਫਰਕ ਸੀ, ਗੁਰਪੁਰਬ ਬਹੁਤ ਫਰਕ ਸੀ। ਕਿੱਥੇ ਉਹ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਉਹਨਾਂ ਨੇ ਰੱਦ ਕਰਕੇ ਉਸ ਨੇ ਮਾਰ ਕੇ ਸਾਡੀ ਝੋਲੀ ਦੇ ਆਕਾ ਆ ਲਓ। ਠੀਕ ਹੈ, ਬੇਸ਼ੱਕ ਮੈਨੂੰ ਅਫਸੋਸ ਆ ਕਿ ਉਹ ਲੰਮਾ ਅਰਸਾ ਉਹਨਾਂ ਸੰਘਰਸ਼ ਚੱਲਿਆ ਔਰ 700 ਤੋਂ ਵੱਧ ਸਾਡੇ ਜਿਹੜੀ ਉਹ ਸਿੰਘ ਜਿਹੜੇ ਆ ਉੱਥੇ ਕੁਰਬਾਨੀ ਕਰਨੀ ਪੈ ਗਈ ਆਪਣੇ। ਚਲੋ ਦੂਜੇ ਬੰਨੇ ਤੁਸੀਂ ਵੇਖੋ, ਤੁਹਾਨੂੰ ਯਾਦ ਹੋਵੇਗਾ ਕਿਤੇ ਫੁੱਲ ਕੇ ਵੇਖਿਓ, ਕੋਈ ਵੀ ਗੁਰਪੁਰਬ ਦਾ ਦਿਨ ਤਿਉਹਾਰ ਆਉਂਦਾ, ਦਿੱਲੀ ਦੇ ਸਾਡੇ ਸਿੱਖ ਇੰਦਰਾ ਗਾਂਧੀ ਦੇ ਘਰੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰਿਆ ਕਰਦੇ ਸਨ। ਇਹ ਮੋਦੀ ਸਾਹਿਬ ਨੇ ਉਹ ਸਾਰਾ ਵਰਤਾਰੇ ਨੂੰ ਪੁੱਠਿਆ ਕਰ ਦਿੱਤਾ। ਖੁਦ ਚੱਲ ਕੇ ਨੰਗੇ ਪੈਰੀਂ ਗੁਰਦੁਆਰਾ ਸਾਹਿਬ ਆਉਂਦੇ ਰਹੇ ਨੇ ਗੁਰਪੁਰਬ ਦੇ ਦਿਨਾਂ ਹਾਜ਼ਰੀ ਲਾਉਣ ਵਾਸਤੇ। ਇਹ ਮੋਦੀ ਸਾਹਿਬ ਦੀ ਤੇ ਇੰਦਰਾ ਗਾਂਧੀ ਤੇ ਕਾਂਗਰਸ ਦੇ ਵਿੱਚ ਉਹ ਫਰਕ ਨੇ। ਕਾਂਗਰਸ ਦੀਆਂ ਵੇਖੋ 1900 ਨਵੰਬਰ 84 ਦੇ ਵਿੱਚ ਕਿਵੇਂ ਸਾਡੇ ਕਦਮਗਾਰ ਹੋਏ। ਉਸ ਵੇਲੇ ਸਿੱਖ ਹੋਣ ਦਾ ਜਿਹੜਾ ਦੁਖਾਂਤ ਆ, ਬੇਆਬਰੂ ਹੋਣ ਦਾ ਦੁਖਾਂਤ ਸਾਨੂੰ ਆਜ਼ਾਦੀ ਤੋਂ 37 ਸਾਲਾਂ ਬਾਅਦ ਹੀ ਸਾਨੂੰ ਭੁਗਤਣਾ ਪੈ ਗਿਆ। ਜੀ ਬਿਲਕੁਲ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ। ਆਜ਼ਾਦੀ ਤੋਂ 37 ਸਾਲ ਬਾਅਦ ਭੁਗਤਣਾ ਪਿਆ ਔਰ 37 ਸਾਲਾਂ ਬਾਅਦ ਇਸ ਵਾਕਿਆ ਤੇ ਇਸ ਦੁਖਾਂਤ 37 ਸਾਲਾਂ ਬਾਅਦ ਮੋਦੀ ਜੀ ਆਏ, ਦੋਸ਼ੀਆਂ ਨੂੰ ਅੰਦਰ ਭੇਜਿਆ। ਜੀ ਬਿਲਕੁਲ, ਤੁਸੀਂ ਜੋ ਮੋਦੀ ਦੇ ਹੱਕ 'ਚ ਉਹਨਾਂ ਦੇ ਪੱਖ ਦੇ ਵਿੱਚ ਜਿੰਨਾ ਜਜ਼ਬਾਤੀ ਹੋ ਕੇ ਜਾਂ ਤੁਸੀਂ ਦਲੀਲ ਦੇ ਨਾਲ ਜਿੱਦਾਂ ਆਪਣਾ ਪੱਖ ਰੱਖ ਰਹੇ ਹੋ, ਕਾਫੀ ਦਮਦਾਰ ਹੈ, ਕਾਫੀ ਵਜ਼ਨਦਾਰ ਹੈ। ਹੁਣ ਥੋੜ੍ਹਾ ਜਿਹਾ ਇਹਨੂੰ ਅੱਗੇ ਲੈ ਕੇ ਚੱਲੀਏ। ਅਗਰ ਕਹਿੰਦੇ ਗੁਰਬਾਣੀ ਫਰਮਾਨ ਹੈ ਕਿ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਸਿਖਾਏ। ਮੈਂ ਚਾਹੁੰਦਾ ਕਿ ਗੁਰਬਾਣੀ ਦੀਆਂ ਇਹ ਤੁਕਾਂ ਦੇ ਜਿਹੜੀਆਂ ਸਰ ਚਾਂਦ ਜੀ ਦੇ ਉੱਪਰ ਪ੍ਰੋਪਰ ਟੋਕਰੀਆਂ ਨੇ, ਕਿਵੇਂ ਹੈ, ਆਪਾਂ ਕਿਵੇਂ ਕਰੀਏ? ਤੁਸੀਂ ਦੱਸੋ ਕਿਵੇਂ ਟੁੱਕਦੀਆਂ ਨੇ? ਮੈਂ ਨਹੀਂ ਕਿਹਾ ਟੁੱਕਦੀਆਂ, ਮੈਂ ਸਵਾਲ ਪੁੱਛਿਆ ਕਿ ਕੀ, ਕਿਉਂਕਿ ਤੁਹਾਡੇ ਤੇ ਸਵਾਲ ਹੋ ਰਹੇ ਨੇ। ਠੀਕ ਹੈ, ਪ੍ਰੋਫੈਸਰ ਸਰ ਚਾਂਦ ਜੀ ਜਿਹੜੇ ਨੇ ਆਖਿਰ ਉਹ ਸਾਰਾ ਐਸ ਦਾ ਪੱਲਾ ਫੜ ਰਹੇ ਨੇ ਜਿਨ੍ਹਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਨਕਾਰਿਆ ਸੀ। ਤੁਸੀਂ ਉਹਨਾਂ ਦੀ ਸੰਗਤ ਕੀਤੀ ਹੋਈ ਹੈ ਕਿ ਨਹੀਂ ਪਿੰਡਰਾਣੇ ਦੀ? ਮੈਨੂੰ ਸੰਗਤ ਕਰਨ ਦਾ ਮੌਕਾ ਨਹੀਂ ਮਿਲਿਆ, ਮੈਨੂੰ ਬਹੁਤ ਅਫਸੋਸ ਹੈ। ਮੈਂ ਉਸ ਵੇਲੇ ਥੋੜ੍ਹਾ ਛੋਟਾ ਸਾਂ। ਪਰ ਉਹਨਾਂ ਦੇ ਵਿਚਾਰਾਂ ਤੋਂ ਚੰਗੀ ਕੋਖ ਕੀਤੀ ਹੋਈ ਹੈ। ਬਹੁਤ ਕੋਖ ਕੀਤੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਇਹੋ ਜਿਹੀ ਕੋਈ ਗੱਲ ਕਹੀ ਹੋਵੇ। ਵੇਖੋ ਤੁਸੀਂ, ਮੈਂ ਬਿਲਕੁਲ, ਮੈਂ ਤੁਹਾਨੂੰ ਨਾਲ ਦੀ ਨਾਲ ਮੇਰੇ ਕੋਲੋਂ ਕੁਛ ਨਾ ਕੁਛ ਜ਼ਰੂਰ ਲਈ ਜਾਓ, ਕਿਉਂਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਹੜੇ ਨੇ, ਸੋ ਉਹਨਾਂ ਦਾ ਇਹੀ ਕਹਿਣਾ ਕਿ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਠੀਕ ਹੈ, ਸੋ ਪ੍ਰੋਫੈਸਰ ਸਰ ਚਾਂਦ ਜੀ, ਮੈਂ ਤੁਹਾਡੇ ਤੋਂ ਹੀ ਪੁੱਛਣਾ ਚਾਹੁੰਦਾ ਕਿ ਸਾਮ ਦਾਮ ਦੰਡ ਭੇਦ ਦੇ 3 ਹੀ ਫਾਰਮੂਲੇ ਨੇ ਕਿਸੇ ਨੂੰ ਵੀ ਖਰੀਦਣ ਦੇ ਰਾਜਨੀਤੀ ਦੇ ਕੋਲ, ਔਰ RSS ਇਹਨਾਂ ਤਿੰਨਾਂ ਨੂੰ ਕਿੱਦਾਂ ਵਰਤਦੀ ਹੈ ਪ੍ਰੋਪਰ ਸਾਰਾ ਦੇਸ਼ ਜਾਣਦਾ, ਪੂਰਾ ਸੰਸਾਰ ਜਾਣਦਾ ਹੈ। ਸੋ ਤੁਹਾਡੇ ਤੇ ਕੀ ਭਾਰੂ ਪਿਆ? ਸਾਮ ਦਾਮ ਦੰਡ ਭੇਦ, ਕਿਹੜੀ ਚੀਜ਼ ਭਾਰੂ ਪਈ? ਸਿਰਫ ਤੋਂ ਸਿਰਫ ਪੰਥਕ ਮੁੱਦੇ, ਸਿੱਖਾਂ ਦੇ ਹੱਕ ਹਕੂਕ ਵਾਸਤੇ ਲੜਨਾ, ਆਵਾਜ਼ ਬੁਲੰਦ ਕਰਨੀ, ਸਹੀ ਟਿਕਾਣੇ 'ਤੇ ਆਵਾਜ਼ ਪਹੁੰਚਾਉਣੀ। ਇਹ ਜਿਹੜਾ ਮੈਨੂੰ BJP 'ਚ ਲਿਜਾਣ ਵਾਸਤੇ ਜਿਨ੍ਹਾਂ ਨੇ ਕਾਰਜ ਕੀਤਾ। ਰਹੀ ਗੱਲ ਜ਼ਮੀਰ 'ਤੇ ਮਾਰੇ ਜਾਣ ਨੂੰ, ਸਰਚਾਂਦ ਸਿੰਘ ਤੇ ਜ਼ਮੀਰ ਨਾ ਕਿਤੇ ਮਰੀ ਹੈ ਤੇ ਨਾ ਗਾ ਮਰੇਗੀ। ਠੀਕ ਹੈ ਨਾ, ਇਸ ਕਰਕੇ ਜ਼ਰੂਰੀ ਲੋੜ ਆ ਅੱਜ ਦੇ ਤਰੀਕੇ 'ਚ ਅਸੀਂ ਆਪਣੀ ਗੱਲ ਨੂੰ ਕਿਵੇਂ ਸੰਵਾਦ ਕਿਵੇਂ ਰਚਾਈਏ ਕਿ ਜਿਹੜੇ ਸਿੱਖ ਮਸਲੇ ਨੇ, ਸਾਡੇ ਪੰਜਾਬ ਦੇ ਮਸਲੇ ਨੇ, ਰਾਜਨੀਤਿਕ, ਧਾਰਮਿਕ, ਸਮਾਜਿਕ ਔਰ ਜਿਹੜੀ ਇਲਾਕਾਈ ਮਸਲਿਆਂ ਨੂੰ ਉਠਾਉਣ ਵਾਸਤੇ, ਸਹੀ ਸੰਦਰਭ ਦੇ ਹੱਲ ਕਰਨ ਵਾਸਤੇ ਸਾਨੂੰ ਸਹੀ ਭੂਮਿਕਾ ਨਿਭਾਉਣ ਦੀ ਲੋੜ ਆ। ਜਿਹੜੇ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਸਮਰੱਥਾਵਾਨ ਨੇ ਉਹਨਾਂ ਤੱਕ ਪ੍ਰੋਪਰ ਆਪਾਂ ਨੂੰ
ਪਹੁੰਚਣ ਦੀ, ਆਵਾਜ਼ ਉਠਾਉਣ ਦੀ ਜਿਹੜੀ ਲੋੜ ਹੈ ਉਸ ਦੀ ਆਪਾਂ ਪੂਰਤੀ। ਪ੍ਰੋਫੈਸਰ ਸਾਹਿਬ, ਮੈਂ ਜਿੱਥੋਂ ਤੱਕ ਜਾਣਦਾ ਕਿ ਤੁਹਾਡੀ ਯਾਦਦਾਸ਼ਤ ਬੜੀ ਜ਼ਬਰਦਸਤ ਹੈ। ਕੋਈ ਵੀ ਐਸਾ ਡਾਇਲੌਗ ਨਹੀਂ ਹੈ ਜਿਹੜਾ ਤੁਹਾਨੂੰ ਭੁੱਲਿਆ ਹੋਵੇ। ਇਹ ਉਹੀ RSS ਹੈ, ਉਹੀ BJP ਹੈ ਜਦੋਂ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਸੀ ਰੇਲਵੇ ਦੇ ਸਟੇਸ਼ਨ ਦੇ ਉੱਤੇ ਤੋੜਿਆ ਗਿਆ ਸੀ। ਇੱਥੇ ਤੋੜਨ ਤੋਂ ਬਾਅਦ ਵੀ ਜਿਹੜੀਆਂ ਨਾਅਰੇਬਾਜ਼ੀ ਕੀ ਹੋਈ ਸੀ, ਕੱਚ ਖੜਾ ਕਿਰਪਾਨ ਭੇਜੋ ਇਹਨਾਂ ਨੂੰ ਪਾਕਿਸਤਾਨ। ਇਹ ਸਾਰੇ ਨਾਅਰੇਬਾਜ਼ੀਆਂ ਤੋਂ ਇਲਾਵਾ ਊੜਾ ਈੜੀ ਨਹੀਂ ਕहेंगे, ਠੀਕ ਹੈ, ਬੀੜੀ ਤੋਂ ਲੈ ਕੇ ਹਰ ਚੀਜ਼ ਨੂੰ ਲੈ ਕੇ ਉਹਨਾਂ ਨੇ ਆਪਣਾ ਪੱਖ ਰੱਖਿਆ ਸੀ ਮਜ਼ਬੂਤੀ ਦੇ ਨਾਲ। ਸੋ ਮੈਂ ਤੁਹਾਡੇ ਤੋਂ ਜਾਣਨਾ ਚਾਹੂੰ ਕਿ ਜਿਨ੍ਹਾਂ ਨੇ ਅਜੇ ਤੱਕ ਲੱਡੂ ਵੰਡੇ ਹੁਣ ਦਰਬਾਰ ਸਾਹਿਬ ਤੇ ਹਮਲੇ ਤੇ, ਬੇਅਦਬੀਆਂ ਦੇ ਉੱਤੇ ਕੋਈ ਗੱਲਬਾਤ ਕੀਤੀ ਹੋਵੇ, ਸ਼ਹੀਦਾਂ ਦੇ ਦਿਨਾਂ ਦੇ ਉੱਤੇ ਵੀ ਟਿੱਪਣੀਆਂ ਕਰਦੇ ਹੋਣ, ਸੋ ਉਹਨਾਂ ਦੇ ਵਿੱਚ ਜਾਣਾ, ਉਹਨਾਂ 'ਚ ਖੜਨਾ, ਅਸੀਂ ਕੀ ਕਹੀਏ, ਸ਼ਹੀਦਾਂ ਨੂੰ ਪਿੱਠ ਵਿਖਾਉਣਾ ਨਹੀਂ ਹੈ? ਬਿਲਕੁਲ ਨਹੀਂ। ਸ਼ਹੀਦਾਂ ਨੂੰ ਪਿੱਠ ਵਿਖਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਰਿਸਪਾਲ ਜੀ, ਗੱਲ ਇਸ ਤਰ੍ਹਾਂ ਹੈ ਕਿ ਹਰ ਜਥੇਬੰਦੀ ਦੇ ਵਿੱਚ, ਭਾਵੇਂ ਉਹ ਧਾਰਮਿਕ ਜਾਂ ਰਾਜਸੀ ਜਥੇਬੰਦੀ ਤੇ ਸਮਾਜਿਕ ਜਥੇਬੰਦੀ ਵੀ, ਹਰ ਜਥੇਬੰਦੀ ਦੇ ਵਿੱਚ ਵੱਖੋ ਵੱਖਰੇ ਵਿਚਾਰਾਂ ਵਾਲੇ ਤੱਤ ਜ਼ਰੂਰ ਹੁੰਦੇ ਆ। ਜੇ ਤੁਸੀਂ ਕਿਹਾ ਕਿ ਦਰਬਾਰ ਸਾਹਿਬ ਦੇ ਮਾਡਲ ਦੀ ਜੇ ਉੱਥੇ ਬੇਅਦਬੀ ਕੀਤੀ ਕਿ ਉਹਦਾ ਹਸ਼ਰ ਤੁਹਾਡੇ ਸਾਹਮਣੇ ਆਇਆ, ਪਰ ਉਹ ਸਰਕਾਰ ਨੇ ਤਾਂ ਨਹੀਂ ਨਾ ਕੀਤਾ। ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਅੱਤਵਾਦੀ ਵੀ ਤੇ ਕਿਹਾ ਗਿਆ ਨਾ ਸਰਕਾਰ ਵੱਲੋਂ। ਇਹ ਵੀ ਤੇ ਦੇਖੋ ਨਾ ਤੁਸੀਂ। ਤੇ ਇਹ ਜਿਹੜਾ ਚਿਹਰਾ ਹੈ ਤੁਹਾਡਾ, ਇਹ ਜੋ ਤੁਹਾਡੇ ਸਿਰ ਤੇ ਪੱਗ ਹੈ, ਤੁਹਾਡੇ ਚਿਹਰੇ ਤੇ ਦਾੜਾ ਪ੍ਰਕਾਸ਼ ਹੈ, ਇਹੀ ਦਾੜਾ ਇਹੀ ਪੱਗ ਜਦੋਂ ਤੁਸੀਂ ਸਿੰਘੂ ਬਾਰਡਰ ਤੇ ਬੈਠੇ ਸੀ, ਤੁਹਾਡੇ ਭੈਣ ਭਰਾ ਸੀ ਸਾਰੇ, ਉਦੋਂ ਤਾਂ ਤੁਸੀਂ ਪਰਿਜੀਵੀ ਸੀ, ਤੁਸੀਂ ਅੱਤਵਾਦੀ ਸੀ, ਤੁਸੀਂ ਮਾਓਵਾਦੀ ਸੀ, ਤੁਸੀਂ ਖਾਲਿਸਤਾਨੀ ਸੀ। ਤੇ ਇੱਥੇ ਤੁਹਾਡੀ ਐਡੀ ਵਧੀਆ ਕੋਠੀ ਵੇਖ ਕੇ ਇਹਦੇ 'ਤੇ ਵੀ ਟਿੱਪਣੀ ਹੋਣੀ ਹੈ, ਫੰਡ ਕਿੱਥੋਂ ਆਏ ਸੀ। ਉੱਥੇ ਜੇ ਤੁਸੀਂ ਪੀਜ਼ਾ ਖਾਂਦੇ ਸੀ, ਤੁਹਾਡੇ ਉਹ ਵੀ ਗੱਲਾਂ ਹੁੰਦੀਆਂ ਸੀ। ਇਹੀ ਦੇਸ਼ ਦੇ ਪ੍ਰਧਾਨ ਮੰਤਰੀ ਉੱਥੋਂ 18 ਕਿਲੋਮੀਟਰ ਵੀ ਚੱਲ ਕੇ ਅੱਗੇ ਨਹੀਂ ਸੀ ਆ ਸਕੇ। ਉਸ ਦੇਸ਼ ਪ੍ਰਧਾਨ ਮੰਤਰੀ ਜਿਹੜੇ ਨੇ ਨਰਿੰਦਰ ਮੋਦੀ, ਉਹਨਾਂ ਦੀਆਂ ਸਿਫਤਾਂ ਦੇ ਪੁਲ ਬੰਨ੍ਹਦੇ ਤੁਸੀਂ ਥੱਕਣ ਨਹੀਂ ਰਹੇ। ਕਾਰਨ ਰਿਸਪਾਲ ਸਿੰਘ, ਜਿਸ ਐਪੀਸੋਡ 'ਤੇ ਤੁਸੀਂ ਗੱਲ ਕੀਤੀ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਦੋਂ ਇਹ ਕਿਸਾਨਾਂ ਦੇ ਜਿਹੜੇ ਵਿਵਾਦਿਤ ਬਿੱਲ ਜਿਹੜੀ ਕਾਨੂੰਨ ਬਣਾਏ ਗਏ ਨੇ ਵਾਪਸ ਲੈਣ ਲੱਗਿਆ, ਤੁਸੀਂ ਮੇਰੇ ਖਿਆਲ ਵੀਡੀਓ ਨੂੰ ਧਿਆਨ ਨਾਲ ਨਹੀਂ ਦੇਖਿਆ। ਉਸ ਵੇਲੇ ਪ੍ਰਧਾਨ ਮੰਤਰੀ ਜੀ ਉਸ ਵੇਲੇ ਇਹ ਨਾ ਕੇਵਲ ਕਿਸਾਨਾਂ ਕੋਲੋਂ ਮਾਫੀ ਮੰਗਦੇ ਨੇ ਕਿ ਮੈਂ ਆਪਣੇ ਵੱਲੋਂ ਕੀਤੇ ਹੋਏ ਇੱਕ ਚੰਗਾ ਕੰਮ ਸੀ, ਪਰ ਮੈਂ ਚੰਗਾ ਸੁਨੇਹਾ ਜਿਹੜਾ ਉਹਨਾਂ ਨੂੰ ਕਿਸਾਨਾਂ ਤੱਕ ਨਹੀਂ ਪਹੁੰਚਾ ਪਾਇਆ ਜਾਂ ਮੈਂ ਸਮਝਾਉਣ ਦੇ ਵਿੱਚ ਉਹ ਸਮਰਥ ਨਹੀਂ ਹੋ ਪਾਇਆ, ਮੈਂ ਉਸ ਕਰਕੇ ਵੀ ਔਰ ਕਿਸਾਨਾਂ ਦੀ ਬਕਾਇਦਾ ਮਾਫੀ ਮੰਗੀ ਆ। ਮੈਨੂੰ ਦੱਸੋ ਕਿਹੜਾ ਪ੍ਰਧਾਨ ਮੰਤਰੀ ਅੱਜ ਤੱਕ ਜਿਨ੍ਹਾਂ ਨੇ ਕਿਸੇ ਮਸਲੇ ਉੱਤੇ ਰੱਦ ਕਰਨ ਤੋਂ ਪਹਿਲਾਂ ਮਾਫੀ ਮੰਗੀ ਹੋਵੇ? ਦੂਜੀ ਗੱਲ, ਤੁਸੀਂ ਕਿਤੇ ਧਿਆਨ ਨਾਲ ਸੁਣੋਗੇ ਨਾ ਉਹਨਾਂ ਨੂੰ, ਉਹਨਾਂ ਦੀ ਭਾਵੁਕਤਾ ਤੁਹਾਨੂੰ ਨਜ਼ਰ ਆਵੇਗੀ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਇਸ ਕਰਕੇ ਆਪਾਂ ਇਹ ਸੰਦਰਭ ਨੂੰ ਵੀ ਮੁੱਖ ਰੱਖੀਏ ਕਿ ਉਹ ਵਾਕਿਆ ਹੀ ਸਾਡੇ ਪ੍ਰਤੀ ਸੁਹਿਰਦ ਨੇ, ਜਿਸ ਕਰਕੇ ਸਾਰਾ ਕੰਮ ਕੀਤਾ ਗਿਆ। ਪ੍ਰੋਫੈਸਰ ਸਾਹਿਬ ਤੇ ਸਾਨੂੰ ਉਹਨਾਂ ਦਾ ਸਾਥ ਦੇਣਾ ਹੁਣ ਸਾਨੂੰ ਚਾਹੀਦਾ ਹੈ। ਬਿਲਕੁਲ ਤੁਹਾਡੇ ਵੱਲੋਂ ਤੁਹਾਡਾ ਪੱਖ ਹੈ ਕਿ ਤੁਹਾਡਾ ਸਾਥ ਦੇਣਾ ਚਾਹੀਦਾ ਹੈ। ਤੁਸੀਂ ਹੁਣ ਆਪਣਾ ਹੈੱਡਕੁਆਟਰ ਬਦਲ ਲਿਆ। ਪਹਿਲਾਂ ਤੁਹਾਡਾ ਹੈੱਡਕੁਆਟਰ ਮਹਿਤਾ ਸੀ, ਹੁਣ ਮਹਿਤੇ ਤੋਂ ਬਦਲ ਕੇ ਤੁਹਾਡਾ ਹੈੱਡਕੁਆਟਰ ਨਾਗਪੁਰ ਹੋ ਗਿਆ। ਇੱਕ ਜਿਹੜਾ ਨਵਾਂ, ਕਿਉਂਕਿ ਹੁਣ ਪੰਜਾਬ ਦੇ ਵਿੱਚ ਮੈਂ ਥੋੜਾ ਮੇਰਾ ਸਵਾਲ ਪੂਰਾ ਹੋ ਲੈਣ ਤੋਂ ਮੈਂ ਤੁਹਾਡੇ ਕੋਲ ਵਾਪਸ ਮੈਂ ਤੁਹਾਡੇ ਸਵਾਲ ਨੂੰ ਇਸ ਕਰਕੇ ਕੱਟ ਰਿਹਾ ਵਾਂ ਕਿਉਂਕਿ ਸਵਾਲ ਹੀ ਤੁਹਾਡਾ ਆਪੱਤੀਜਨਕ ਆ। ਮਹਿਤਾ ਹੈੱਡਕੁਆਟਰ ਰਿਹਾ ਹੈ ਤੇ ਗਾਂ ਵੀ ਮੈਂ ਉੱਥੇ ਆਉਂਦਾ ਜਾਂਦਾ ਹੀ ਰਹਿਣਾ ਹੈ, ਕੋਈ ਸ਼ੱਕ ਨਹੀਂ। ਰਹੀ ਗੱਲ ਨਾਗਪੁਰ ਤੇ, ਨਾਗਪੁਰ ਹੈੱਡਕੁਆਟਰ ਕਹਿਣ ਦਾ ਭਾਵ RSS ਹੈੱਡਕੁਆਟਰ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ। ਮੈਂ RSS ਨਾਲ ਨਹੀਂ ਜੁੜਿਆ, ਮੈਂ ਉਹਨਾਂ ਦੀ ਰਾਜਸੀ ਵਿੰਗ ਨਾਲ ਜੁੜਿਆ ਹੋਇਆ। ਇਸ ਕਰਕੇ ਇਹਦੇ ਵਿੱਚ ਸਾਨੂੰ ਜਿਹੜਾ ਨਾ ਇਹ ਡਿਫਰੈਂਸਿਸ ਜਿਹੜਾ ਇਹਦੇ ਬਾਰੇ ਆਪਾਂ ਨੂੰ ਜ਼ਰੂਰ ਖਿਆਲ ਰੱਖਣਾ ਚਾਹੀਦਾ। ਮੈਂ BJP ਨਾਲ ਜੁੜਿਆ, BJP ਜਿੱਥੇ ਮੈਨੂੰ ਕਹੋ ਆਉਣ ਜਾਣ ਲਈ ਮੈਂ ਉੱਥੇ ਆਵਾਂਗਾ ਜਾਵਾਂਗਾ ਵੀ। ਹਾਂ, ਸਿੱਖ ਮਸਲਿਆਂ ਦੇ ਹੱਲ ਕਰਾਉਣ ਵਾਸਤੇ ਜਿਹੜਾ ਵੀ ਕੋਈ ਸਮਰਥਵਾਨ ਧਿਰ ਹੋਊਗੀ ਉੱਥੇ ਮੈਂ ਨੰਗੇ ਪੈਰੀ ਜਾਣ ਨੂੰ ਤਿਆਰ ਹੈ। ਭਾਵੇਂ ਮੈਨੂੰ ਨਾਗਪੁਰ ਛੱਡ ਕੇ ਮੈਨੂੰ ਮੱਕਾ ਮਦੀਨਾ ਲੈ ਜਾਓ, ਮੈਂ ਉੱਥੇ ਵੀ ਪਹੁੰਚ ਜਾਵਾਂਗਾ। ਸੱਚਾਂ ਜੀ, ਬੜੇ ਜਨਤਾ ਦੇ, ਤੁਹਾਡੇ ਚਾਹਣ ਵਾਲਿਆਂ ਦੇ ਜਾਂ ਤੁਹਾਡੇ ਵਿਰੋਧੀਆਂ ਦੇ ਬੜੇ ਕੁਝ ਸਵਾਲ ਨੇ ਤਿੱਖੇ ਜਿਹੜੇ ਅਸੀਂ ਤੁਹਾਡੇ ਕੋਲ ਹੀ ਡੀਕੋਡ ਕਰਦੇ ਪਏ ਹਾਂ। ਮੈਨੂੰ ਇਹ ਤਾਂ ਦੱਸ ਦਿਓ ਕਿ ਜੇਕਰ ਜਦੋਂ ਸਟੇਜ ਲੱਗੀ ਹੋਏਗੀ, BJP ਦੀ ਸਟੇਜ ਹੋਏਗੀ, ਕੁਝ RSS ਦੇ ਆਗੂ ਵੀ ਬੈਠੇ ਹੋਣਗੇ, ਸਭ ਲੋਕ ਬੈਠੇ ਨੇ, ਸਰ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦਾ ਜਦੋਂ ਜ਼ਿਕਰ ਹੋਏਗਾ ਤੇ ਜਦੋਂ ਉਹ ਲੋਕ ਉਹਨਾਂ ਨੂੰ ਉੱਥੇ ਅੱਤਵਾਦੀ ਕਹਿ ਕੇ ਸੰਬੋਧਨ ਕਰਨਗੇ ਔਰ ਉਹਨਾਂ ਦੀ ਸ਼ਹਾਦਤ ਨੂੰ ਕਤਲ ਕਹਿ ਕੇ ਸੰਬੋਧਨ ਕਰਨਗੇ, ਜਿੰਨੇ ਪੰਜਾਬ ਦੇ ਵਿੱਚ ਹੱਕਾਂ ਦੇ ਲਈ ਬੇਦੋਸ਼ੀ ਨੌਜਵਾਨ ਮਾਰੇ ਗਏ ਨੇ, ਉਹਨਾਂ ਨੂੰ ਅੱਤਵਾਦੀ ਕਹਿ ਕੇ ਸੰਬੋਧਨ ਕਰਨਗੇ, ਕਿੱਦਾਂ ਜਰੋਗੇ? ਰਸਵਾਲ, ਮੈਂ ਇੱਕ ਨਾ ਗੱਲ ਇੱਥੇ ਜ਼ਰੂਰ ਕਹਿ ਦੇਵਾਂਗਾ, ਜਿਹੜਾ ਉਹ ਐਪੀਸੋਡ ਹੋਇਆ ਨਾ 1984 ਵਾਲਾ, ਉਹ ਸਾਰਾ ਹੀ ਐਪੀਸੋਡ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਹੋਇਆ ਸੀ। ਸਿੱਖਾਂ ਨੂੰ ਉਸ ਵੇਲੇ ਸ਼ਿਕਾਰ ਹੋਣਾ ਪੈ ਗਿਆ। ਮੈਂ ਵੀ ਇੱਕ ਸਿੱਖ ਹਾਂ, ਠੀਕ ਹੈ ਨਾ। ਤੇ ਉਸ ਜਿਹੜੇ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਨੂੰ ਅੱਤਵਾਦੀ ਸ਼ੋਅ ਕੀਤਾ ਜਾਣਾ ਬਿਲਕੁਲ ਗਲਤ ਸੀ। ਵੇਖੋ, ਅੱਜ ਤੱਕ ਤੁਹਾਡੇ ਕੋਲ ਰਿਕਾਰਡ ਬੋਲਦਾ ਪਿਆ, ਉਸ ਵੇਲੇ ਤੱਕ ਸੰਤ ਜਰਨੈਲ ਸਿੰਘ ਜੀ ਦੇ ਉੱਤੇ ਕੋਈ ਕਿਸੇ ਕਿਸਮ ਦਾ ਕੇਸ ਦਰਜ ਨਹੀਂ ਸੀ, ਠੀਕ ਹੈ। ਇਸ ਤੋਂ ਇਲਾਵਾ ਵੀ
ਤੁਹਾਨੂੰ ਯਾਦ ਹੋਵੇਗਾ ਥੋੜ੍ਹੇ ਜਿਹੇ ਪਿਛਲੇ ਸਾਲ ਹੀ ਜੋਧਪੁਰ ਜਿਹੜੀ ਆ ਕੈਦੀਆਂ ਨੂੰ ਮੁਆਵਜ਼ਾ ਦਿੱਤਾ ਗਿਆ। ਜੋਧਪੁਰ ਕੈਦੀਆਂ ਨੇ ਕੇਸ ਜਿੱਤਿਆ ਲੋਅ ਕੋਰਟ ਤੇ ਆਪਣੇ ਅੰਮ੍ਰਿਤਸਰ ਕੋਰਟ ਦੇ ਵਿੱਚੋਂ ਵੀ, ਅਤੇ ਗਾਂ ਅਗਲੇ ਬੰਨੇ ਸਰਕਾਰ ਨੇ CBI ਨੇ ਕੇਸ ਪਾਇਆ ਸੀ, ਪਰ ਸਰਕਾਰ ਨੇ ਸੈਂਟਰ ਨੇ ਉਹ ਕੇਸ ਵਾਪਸ ਲੈ ਲਿਆ ਸੀ, ਉਹਨਾਂ ਨੂੰ ਮੁਆਵਜ਼ਾ ਦੇ ਦਿੱਤਾ। ਜੇ ਤੁਸੀਂ ਉਸ ਫਾਈਲ ਨੂੰ ਪੜ੍ਹ ਕੇ ਵੇਖੋਗੇ ਨਾ ਤਾਂ ਤੁਹਾਨੂੰ ਸਪੈਸ਼ਲੀ ਨਜ਼ਰ ਆਏਗਾ ਕਿ ਔਰ ਉਹਨੇ ਜੱਜ ਸਾਹਿਬ ਨੇ ਬਕਾਇਦਾ ਇਹ ਲਿਖਿਆ ਕਿ ਸ਼੍ਰੀ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਜਾਣਾ ਗਲਤ ਸੀ। ਕਹਿਣ ਤੋਂ ਭਾਵ ਇੰਦਰਾ ਗਾਂਧੀ ਨੇ ਉਸ ਵੇਲੇ ਜੋ ਕੁਝ ਕੀਤਾ ਗਲਤ ਕੀਤਾ, ਜਿਹਦੇ ਕਰਕੇ ਇਹ ਨੌਜਵਾਨ ਜਿਹੜੇ ਜਿਨ੍ਹਾਂ ਨੂੰ ਇਹ ਜਿਹੜੇ ਗ੍ਰਿਫਤਾਰ ਹੋਏ ਉਹਨਾਂ ਨੂੰ ਮੁਆਵਜ਼ਾ ਦੇ ਦੇਣਾ ਚਾਹੀਦਾ। ਮੇਰਾ ਸਵਾਲ ਤੁਹਾਡੇ ਨਾਲ ਮੇਰੇ ਜ਼ਰੂਰ ਲਾਓ ਨਾ, ਸਵਾਲ ਇਹ ਆ ਫਿਰ ਨਹੀਂ ਤੁਸੀਂ ਹੁਣ ਇਹ ਹਿਸਾਬ ਲਾਓ ਕਿ ਜਿਹੜਾ ਦਰਬਾਰ ਸਾਹਿਬ ਦੇ ਇਸ ਉੱਤੇ ਅਟੈਕ ਕੀਤਾ ਜਾਣਾ ਹੀ ਗਲਤ ਸੀ, ਤੇ ਫਿਰ ਉਹਨਾਂ ਬੰਦਿਆਂ ਉੱਤੇ ਤੁਸੀਂ ਕਿਉਂ ਦੋਸ਼ ਲਾਉਂਦੇ? ਅਸੀਂ ਮੀਡੀਆ ਤੋਂ ਲਗਾਤਾਰ ਦੇਖ ਰਹੇ ਹਾਂ, ਜਦੋਂ ਵੀ ਉਹਨਾਂ ਦੀਆਂ ਸਟੇਜਾਂ ਦੇ ਉੱਤੋਂ ਸੰਬੋਧਨ ਕੀਤਾ ਜਾਂਦਾ ਹੈ, ਅੱਤਵਾਦੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਮੈਂ ਇਹੀ ਚੀਜ਼ ਤੇ ਤੁਹਾਨੂੰ ਪੁੱਛ ਰਿਹਾ ਕਿ ਕੀ ਤੁਸੀਂ ਵੀ ਹੁਣ ਸੰਤਾਂ ਨੂੰ ਸੰਤ ਸ਼ਹੀਦ ਮੰਨਦੇਗੇ, ਅਮਰ ਸ਼ਹੀਦ ਮੰਨੋਗੇ, ਕਿ ਜਾਂ ਤੁਸੀਂ ਵੀ ਉਹਨਾਂ ਦੀ ਸੁਰ 'ਚ ਸੁਰ ਮਿਲਾਓਗੇ? ਉਹਨਾਂ ਦੇ ਜਿਹੜੇ ਮਹਾਂਪੁਰਸ਼ਾਂ ਪ੍ਰਤੀ ਸਾਡੇ ਜਿਹੜੇ ਸਤਿਕਾਰ ਦੇ ਵਿੱਚ ਕੋਈ ਫਰਕ ਨਹੀਂ ਪੈਣ ਲੱਗਾ, ਅੱਗੇ ਵੀ ਨਹੀਂ ਪਵੇਗਾ। ਰਹੀ ਗੱਲ ਉਹਨਾਂ ਪ੍ਰਤੀ, ਉਹਨਾਂ ਦੇ ਰੋਲ ਪ੍ਰਤੀ, ਉਹਨਾਂ ਦੇ ਕਿਰਦਾਰ ਪ੍ਰਤੀ, ਵਾਕਿਆ ਹੀ ਅੱਜ ਤੱਕ ਸਹੀ ਅਰਥਾਂ ਦੇ ਵਿੱਚ ਲੋਕਾਂ ਨੂੰ ਦੱਸਿਆ ਹੀ ਨਹੀਂ ਗਿਆ। ਅਸੀਂ ਜਿਸ ਪਲੇਟਫਾਰਮ ਨੂੰ ਗਏ ਹਾਂ, ਉਹਨਾਂ ਲੀਡਰਸ਼ਿਪ ਨੂੰ ਵੀ ਅਸੀਂ ਉਹਨਾਂ ਦੇ ਸਹੀ ਰੋਲ ਬਾਰੇ, ਸਹੀ ਕਿਰਦਾਰ ਬਾਰੇ ਉਹਨਾਂ ਤੋਂ ਜ਼ਰੂਰ ਜਾਣੂ ਕਰਾਵਾਂਗੇ। ਮੈਨੂੰ ਉਮੀਦ ਆ ਕਿ ਉਹ ਸਾਡੇ ਨਾਲ ਜ਼ਰੂਰ ਸਹਿਮਤ ਹੋਣਗੇ। ਕਿ ਮੈਂ ਇੱਕ ਸਬੂਤ ਦੇ ਨਾਲ ਤੁਹਾਡੇ ਨਾਲ ਗੱਲ ਕਰਾਂ ਕਿ ਤੁਹਾਡੇ ਤੇ ਥੋੜਾ RSS ਦਾ ਰੰਗ ਚੜ੍ਹ ਚੁੱਕਾ ਹੈ ਔਰ ਕਿਨਾਰਾ ਕਰ ਚੁੱਕੇ ਹੋ ਸੰਤਾਂ ਤੋਂ ਥੋੜਾ ਜਿਹਾ। ਸਬੂਤ ਪੇਸ਼ ਕਰਾਂ? ਹਾਂਜੀ ਜ਼ਰੂਰ ਪੇਸ਼ ਕਰੋ। ਇਹ ਨੁੱਕਰ ਹੈ ਜਿੱਥੇ ਅਸੀਂ ਬੈਠੇ ਹਾਂ। ਇਸ ਤੋਂ ਪਹਿਲਾਂ ਜਿੰਨੀ ਵਾਰ ਵੀ ਮੈਂ ਤੁਹਾਡੇ ਨਾਲ ਇੰਟਰਵਿਊ ਕੀਤੀ ਹੈ ਨਾ, ਇੱਥੇ ਇੱਕ ਟੇਬਲ ਰਿਹਾ, ਇਸ ਟੇਬਲ ਦੇ ਉੱਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਸਰੂਪ ਰਿਹਾ, ਉਹਨਾਂ ਦੇ ਉੱਤੇ ਸਰੋਪਾ ਹੁੰਦਾ ਕੇਸਰੀ ਕਲਰ ਦਾ, ਔਰ ਬਕਾਇਦਾ ਤੁਸੀਂ ਖੁਦ ਉਹ ਇਸ ਤਰ੍ਹਾਂ ਕਰਕੇ ਇੰਟਰਵਿਊ 'ਚ ਸਪੈਸ਼ਲ ਕਹਿੰਦੇ ਰਹੇ ਹੋ ਕਿ ਨਹੀਂ ਪਹਿਲਾਂ ਸੰਤਾਂ ਦੀ ਫੋਟੋ ਆਉਣੀ ਚਾਹੀਦੀ। ਮੈਂ ਤੁਹਾਨੂੰ ਪਹਿਲਾਂ ਇਹ ਕਿਹਾ ਸੀ, ਜਦੋਂ ਤੁਸੀਂ ਇੱਥੇ ਆਏ ਹੋ ਕਮਰੇ 'ਚ ਆਣ ਕੇ ਬੈਠੇ ਹੋ, ਇਹ ਸੋਫੇ ਜਿਹੜੇ ਆ ਥੋੜ੍ਹੇ ਜਿਹੇ ਡਸਟ ਹੋਏ ਪਏ ਸੀ, ਮੈਂ ਆਪ ਤੁਹਾਡੇ ਸਾਹਮਣੇ ਡਸਟ ਸਾਫ਼ ਕੀਤਾ, ਔਰ ਉਸ ਵੇਲੇ ਵੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ, ਤੁਹਾਨੂੰ ਯਾਦ ਨਹੀਂ ਰਿਹਾ ਕਿ ਨਵਾਂ ਇਹਦਾ ਰਿਪੇਅਰ ਹੋ ਰਿਹਾ, ਰੰਗ ਕਰਵਾਇਆ ਜਾ ਰਿਹਾ। ਇਸ ਕਰਕੇ ਕੋਈ ਵੀ ਤਸਵੀਰ ਤੁਸੀਂ ਦੇਖ ਲਓ ਹੈ ਨਹੀਂ ਹੈ, ਸਾਰੀਆਂ ਤਸਵੀਰਾਂ ਜਿਹੜੇ ਤੁਸੀਂ ਮਹਾਂਪੁਰਸ਼ਾਂ ਦੀ ਤਸਵੀਰ ਕਹਿ ਰਹੇ ਹੋ, ਉਹ ਅੱਜ ਵੀ ਉਹ ਬਾਬਾ ਜੀ ਦੇ ਅੰਦਰ ਉਹ ਤਸਵੀਰ ਲਗਾਈ ਹੋਈ ਹੈ। ਠੀਕ ਹੈ। ਕਿ ਮੈਂ ਉੱਥੋਂ ਚੁੱਕ ਕੇ ਲਿਆ ਕੇ ਇੱਥੇ ਲਾਵਾਂ, ਕਿ ਮੈਂ ਇਹ ਵਿਖਾਵਾ ਕਰ ਦੇਵਾਂ, ਤੇ ਫਿਰ ਤੁਸੀਂ ਖੁਸ਼ ਹੋ ਜਾਂਦੇ? ਜੀ ਬਿਲਕੁਲ ਨਹੀਂ। ਜਿਹੜੀ ਨੁੱਕਰ ਖਾਲੀ ਲੱਗੀ ਮੈਨੂੰ, ਮੈਂ ਉਹ ਮਹਿਸੂਸ ਕੀਤਾ ਕਿ ਸ਼ਾਇਦ ਜਿਹੜੀ ਸਟੇਜ ਤੇ ਤੁਸੀਂ ਚੜ੍ਹ ਗਏ ਹੋ ਕਿ ਉਹਦੇ ਕਰਕੇ ਨੁੱਕਰ ਨਾ ਖਾਲੀ ਨਹੀਂ, ਇਹ ਇਸ ਕਰਕੇ ਨਹੀਂ ਆ, ਇਸ ਕਰਕੇ ਹੈ ਕਿ ਇਹਦੀ ਜਿਹੜੀ ਹੈਗੇ ਰੰਗ ਰੁੰਗ ਜਾਂ ਬੜੀ ਵੱਡੀ ਮੈਂ ਪ੍ਰੋਫੈਸਰ ਸਾਹਿਬ ਸਾਰੀਆਂ ਜਿਹੜੀਆਂ ਨੇ ਟਾਈਲਾਂ ਤੁਲਾਂ ਬਾਅਦ ਵਿੱਚ ਤੁਹਾਡੇ ਬਾਅਦ ਵਿੱਚ ਲਾਈਆਂ, ਇਸ ਕਰਕੇ ਇਹ ਆ ਮਹਾਂਪੁਰਸ਼ਾਂ ਦਾ ਜਿਹੜਾ ਅਸਥਾਨ ਹੈ ਨਾ, ਉੱਥੇ ਪਵਿੱਤਰ ਕਮਰੇ ਦੇ ਵਿੱਚ ਉਸੇ ਸਥਾਨ ਦੇ ਸਰਚਾਂ ਜੀ ਇਹ ਸਵਾਲ ਮੇਰਾ ਇਸ ਕਰਕੇ ਸੀ, ਜੇਕਰ ਅਸੀਂ ਘਰ ਦੀ ਨੁੱਕਰ ਚੋਂ ਇਹ ਸਰੂਪ ਹਟਾਤਾ, ਕਿਤੇ ਦਿਲ ਦੇ ਕੋਨੇ ਚੋਂ ਵੀ ਇਦਾਂ ਸਾਈਡ ਨਾ ਕਰਦੀ, ਮੈਂ ਤਾਂ ਉਹ ਇੱਥੇ ਨਹੀਂ, ਇੱਥੇ ਨੇ, ਉਹ ਸਦਾ ਹੀ ਰਹੇ। ਅੱਛਾ ਪ੍ਰੋਫੈਸਰ ਸਾਹਿਬ ਇਹ ਗੱਲ ਦੱਸੋ ਕਿ ਜਿਵੇਂ ਕੇਂਦਰ ਸਰਕਾਰ ਨਵੇਂ ਹਾਈਵੇ ਪੰਜਾਬ ਦੇ ਵਿੱਚ ਬਣਾ ਰਹੀ ਹੈ, ਬੜੇ ਵਧੀਆ ਹਾਈਵੇ ਬਣਾ ਰਹੀ ਹੈ, ਪ੍ਰੋਫੈਸਰ ਸੱਚਨ ਕਿ ਇੱਕ ਨਵਾਂ ਹਾਈਵੇ ਜਿਹੜਾ ਹੈ ਪੰਥ ਦੇ ਲਈ, ਕੌਮ ਦੇ ਲਈ, ਸਿੱਖੀ ਦੇ ਲਈ ਕੁਝ ਲੈ ਕੇ ਆ ਰਿਹਾ, ਜਿਹੜਾ ਨਾਗਪੁਰ ਤੋਂ ਨਿਕਲੇਗਾ ਵਾਇਆ ਮਹਿਤਾ ਟੂ ਤੇਜਾ ਸਿੰਘ ਸਮੁੰਦਰੀ ਹਾਲ ਜਾਏਗਾ, ਯਾਨੀ ਕਿ SGPC ਤੱਕ? ਮੈਨੂੰ ਇਹ ਸਮਝ ਨਹੀਂ ਆਈ ਕਿ ਤੁਸੀਂ ਪੁੱਛਣਾ ਕੀ ਕਹਿ ਰਹੇ ਹੋ। ਮੇਰਾ ਕਹਿਣ ਦਾ ਮਤਲਬ ਹੈ ਕਿ SGPC ਨੂੰ ਲਗਾਤਾਰ ਤੁਸੀਂ ਟਾਰਗੇਟ 'ਤੇ ਰੱਖਦੇ ਰਹੇ, ਨਿਸ਼ਾਨੇ ਉਹਨਾਂ ਦੀ ਕਮੀਆਂ ਗਿਣਾਉਂਦੇ ਰਹੇ, ਤੁਹਾਡੀ ਕਲਮ ਹਮੇਸ਼ਾ ਤਿੱਖਾ ਲਿਖਦੀ ਰਹੀ, ਸੱਚ ਬੋਲਦੀ ਰਹੀ ਹੈ। ਔਰ ਮੈਂ ਮਤਲਬ ਇਹ ਮੈਨੂੰ ਇਸ਼ਾਰਾ ਲਗਾਵਾਂ ਜਾਂ ਮੇਰਾ ਸਵਾਲ ਜਾਂ ਸੰਗਤ ਦਾ ਸਵਾਲ ਜਾਂ ਦਰਸ਼ਕਾਂ ਦਾ ਸਵਾਲ ਕਵਾਂ ਭਈ SGPC 'ਤੇ ਕਾਬਜ਼ ਹੋਣ ਦੇ ਲਈ ਪ੍ਰੋਫੈਸਰ ਸਰਚਾਂਦ ਸਿੰਘ ਜਿਹੜੇ ਨੇ ਉਹ RSS ਨੂੰ ਜਾਂ ਨਾਗਪੁਰ ਨੂੰ ਜਾਂ BJP ਨੂੰ ਵਰਤ ਰਹੇ ਨੇ, ਕਿ ਜਾਂ ਉਹ ਪ੍ਰੋਫੈਸਰ ਸਰਚਾਂਦ ਨੂੰ ਵਰਤ ਰਹੇ ਨੇ SGPC 'ਤੇ ਕਾਬਜ਼ ਹੋਣ ਲਈ? ਇਹ ਬਹੁਤ ਵੱਡੀ ਖੇਡ ਹੈ, ਪਰ ਹਜੇ ਇਹੋ ਜਿਹੀ ਕੋਈ ਗੱਲ ਕਿਸੇ ਬਣੀ ਨਹੀਂ ਹੈਗੀ। ਨਾ ਮੈਂ RSS ਨੂੰ ਜਾਂ BJP ਨੂੰ ਵਰਤ ਰਿਹਾ, ਨਾ BJP ਮੈਨੂੰ ਵਰਤ ਰਹੀ ਹੈ। ਹਾਲੀ ਤਾਂ ਮੈਂ ਕੱਲ੍ਹ ਹਜੇ BJP ਜੁਆਇਨ ਕੀਤੀ ਆ। ਮੈਂ ਜਿਹੜੇ ਜੁਆਇਨ ਕਰਨ ਦੇ ਕਾਰਨ ਮੈਂ ਤੁਹਾਨੂੰ ਦੱਸ ਦਿੱਤੇ ਹੋਏ ਨੇ, ਸਾਡੇ ਸਿਰਫ ਪੰਥਕ ਮਾਮਲਿਆਂ ਨੂੰ ਲੈ ਕੇ ਜਾਂ ਸਿੱਖ ਮਾਮਲੇ ਜਾਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਮੈਂ ਉਹਨਾਂ ਨਾਲ ਡਾਇਲੋਗ ਕਰਨੀ ਚਾਹੁੰਦਾ। ਠੀਕ, ਮੌਕਾ ਮਿਲਿਆ ਅਜੇ? ਜ਼ਰੂਰ ਮਿਲੇਗਾ। ਠੀਕ ਹੈ, ਤੁਸੀਂ ਥੋੜ੍ਹਾ ਜਿਹਾ ਇੰਤਜ਼ਾਰ ਕਰੀਏ, ਆਪਾਂ ਇਹ ਡਾਇਲੋਗ ਕਰਨ ਦਾ ਮੌਕਾ ਮਿਲੇਗਾ ਜ਼ਰੂਰ, ਬਹੁਤ ਵਧੀਆ ਤਰੀਕੇ ਨਾਲ ਡਾਇਲੋਗ। ਅੱਛਾ ਪ੍ਰੋਫੈਸਰ ਸਾਹਿਬ ਮੈਨੂੰ ਨਾ ਸਮਝਣ ਦੇ ਵਿੱਚ ਥੋੜ੍ਹੀ ਜਿਹੀ ਇੱਕ ਦਿੱਕਤ ਆ ਰਹੀ ਕਿ ਆਖਿਰ ਤੁਹਾਡੇ ਵਰਗਾ ਇੱਕ ਸੂਝਵਾਨ ਲੀਡਰ, ਆਗੂ, ਵਿਦਵਾਨ ਹੋ, ਬਹੁਤ ਹੀ ਚਿੰਤਨ ਮੰਥਨ ਤੋਂ ਲੈ ਕੇ ਹਰ ਚੀਜ਼ ਨੂੰ ਬੜੀ ਘੋਖ ਕਰਦੇ ਹੋ, ਔਰ ਖਾਸ ਕਰਕੇ ਇਤਿਹਾਸ 'ਤੇ ਜਾਂ ਮੌਕੇ 'ਤੇ ਜਿਹੜੇ ਮੁੱਦੇ ਨੇ ਉਹਨਾਂ 'ਤੇ ਬੜੀ ਤਿੱਖੀ ਨਜ਼ਰ ਹੈ ਤੁਹਾਡੀ, ਔਰ ਬੜੇ ਇੱਕ ਜਿਹਦਾ ਕਾਕ ਸਿਆਸਤਦਾਨ ਹੁੰਦੇ, ਤੁਸੀਂ ਕਾਕ ਵਿਦਵਾਨ ਹੋ, ਬੜੀ ਘੋਖ ਕਰਦੇ ਹੋ।
ਮੈਨੂੰ ਇੱਕ ਗੱਲ ਦੱਸੋ ਕਿ ਆਖਿਰ ਕਿੰਨੀ ਕੁ ਦੇਰ ਤੋਂ ਇਹ ਜਿਹੜਾ ਸੰਬੰਧ ਸੀ ਆਰਐਸਐਸ ਨਾਲ ਜਾਂ ਬੀਜੇਪੀ ਦੇ ਨਾਲ ਜੁੜਿਆ, ਕਦੋਂ ਤੋਂ ਡਬਲ ਮਾਈਂਡਡ ਜੇ ਹੁੰਦੇ ਰਹੇ, ਜਾਈਏ ਕਿ ਨਾ ਜਾਈਏ, ਕਿ ਜਾਂ ਬੜੀ ਦੇਰ ਤੋਂ ਆਪਾਂ ਸਟਾਰਟ ਸੀ ਲੇਕਿਨ ਸਹੀ ਮੌਕਾ ਜਿਹੜਾ ਹੈ ਉਹ ਸਾਨੂੰ ਹੁਣ ਲੱਭਾ ਤੇ ਹੁਣ ਅਸੀਂ ਗਏ ਹਾਂ? ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜਿਵੇਂ ਤੁਸੀਂ ਸੋਚਦੇ ਹੋ। ਆਰਐਸਐਸ ਨਾਲ ਸਾਡਾ ਕਦੇ ਵੀ ਕੋਈ ਸੰਬੰਧ ਨਹੀਂ ਰਿਹਾ ਸ਼ੁਰੂ ਤੋਂ ਵੀ। ਔਰ ਜਿਸ ਪਾਸੇ ਤੁਸੀਂ ਥੋੜ੍ਹਾ ਇਸ਼ਾਰਾ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ, ਉਹ ਇਹ ਹੈ ਕਿ 1999 ਦੇ ਵਿੱਚ ਇੱਕ ਵਾਰ ਇਹ ਜ਼ਰੂਰ ਹੋਇਆ ਕਿ ਆਰਐਸਐਸ ਦੇ ਮੁਖੀ ਜਿਹੜੇ ਸੁਦਰਸ਼ਨ ਜੀ ਨੇ, ਉਹਨਾਂ ਨੇ ਮਹਿਤਾ ਚੌਂਕ ਦਾ ਦੌਰਾ ਕੀਤਾ। ਔਰ ਉਸ ਵੇਲੇ ਬਾਬਾ ਠਾਕੁਰ ਸਿੰਘ ਜੀ ਮੁਖੀ ਸਨ 99 ਟਕਸਾਲ ਦੇ। ਉਹਨਾਂ ਨਾਲ ਹੋਰ ਸੰਤ ਸਮਾਜ ਦੇ ਸੰਤ ਮਹਾਂਪੁਰਸ਼ ਹੋਰ ਜਿਹੜੇ ਆਪਣੇ ਅਹਿਮ ਸ਼ਖਸੀਅਤਾਂ ਮੌਜੂਦ ਸਨ, ਜਿੱਥੇ ਉਹਨਾਂ ਦੇ ਨਾਲ ਗੱਲਬਾਤ ਹੋਈ ਸੁਦਰਸ਼ਨ ਦੀ। ਤੋਂ ਉਸ ਵੇਲੇ ਸੁਦਰਸ਼ਨ ਜੀ ਨੇ ਇਹੀ ਗੱਲ ਆਖੀ ਬਾਬਾ ਜੀ ਨੇ ਕਿ ਬਾਬਾ ਜੀ ਜਿਹੜੇ ਇਸ ਵੇਲੇ ਦਾ ਜਿਹੜਾ ਸਾਡਾ ਪੰਜਾਬ ਦਾ ਮਾਹੌਲ ਜਾਂ ਹਿੰਦੂ ਸਿੱਖ ਭਾਈਚਾਰੇ ਦਾ ਮਾਹੌਲ ਕੁਝ ਆਪਾਂ ਠੀਕ ਕਰਨਾ ਚਾਹੁੰਦੇ ਹਾਂ, ਤੁਸੀਂ ਸਾਡੇ ਨਾਲ ਸਹਿਯੋਗ ਕਰੋ। ਬਾਬਾ ਜੀ ਨੇ ਇਹੋ ਗੱਲ ਆਖੀ ਸੀ ਉਸ ਵੇਲੇ ਵੀ ਕਿ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ, ਪਰ ਸਭ ਤੋਂ ਪਹਿਲਾਂ ਸਾਡੀਆਂ ਇਹ 2-3 ਸ਼ਰਤਾਂ ਨੇ, ਮੰਗਾਂ ਨੇ, ਜਿਵੇਂ ਕਾਲੀ ਸੂਚੀ ਖਤਮ ਕਰਨੀ, ਕੈਦੀ ਜਿਹੜੀ ਸਾਡੇ ਸਿੱਖ ਕੈਦੀਆਂ ਦੀ ਰਿਹਾਈ ਬਾਰੇ। ਇਹ ਜਦੋਂ ਗੱਲਬਾਤ ਹੋਈ ਤੇ ਸੁਦਰਸ਼ਨ ਨੇ ਹਾਂ ਕਰ ਦਿੱਤੀ ਕਿ ਠੀਕ ਹੈ ਜੀ, ਪਰ ਅਸੀਂ ਜ਼ਰੂਰ ਗੱਲ ਕਰਾਂਗੇ। ਔਰ ਮੈਨੂੰ ਜਿੱਥੋਂ ਤੱਕ, ਤੁਸੀਂ ਹਾਜ਼ਰ ਸੀ ਉਦੋਂ? ਮੈਂ ਉੱਥੇ ਹਾਜ਼ਰ ਨਹੀਂ ਹਾਂ, ਮੈਂ ਇਸੇ ਕਰਕੇ ਪਤਾ ਇਹ ਦੱਸ ਰਿਹਾ ਕਿ ਜਿੱਥੋਂ ਤੱਕ ਮੈਨੂੰ ਇਸ ਬਾਰੇ ਜਾਣਕਾਰੀ ਹੈ, ਕਿਉਂਕਿ ਸਾਡੇ ਤੋਂ ਜਿਹੜੇ ਸੀਨੀਅਰ ਨੇ ਉਹ ਗੱਲਬਾਤ ਦੱਸਦੇ ਹੁੰਦੇ ਆ ਕਿ ਕਰੀਬ 237 ਜਿਹੜੇ ਸਿੱਖ ਕੈਦੀ ਨੇ ਉਹਨਾਂ ਬਾਰੇ ਜਿਹੜੀ ਗੱਲਬਾਤ ਉਸ ਤੋਂ ਹੀ ਚੱਲ ਪਈ ਸੀ। ਚਲੋ ਪਤਾ ਨਹੀਂ ਮਗਰੋਂ ਕੁਝ ਇਹੋ ਜਿਹੇ ਘਟਨਾਕ੍ਰਮ ਵਾਪਰੇ, ਉਹ ਗੱਲ ਸਿਰੇ ਨਹੀਂ ਚੱਲ ਪਾਈ। ਸਾਡੇ ਕੁਝ ਜਿਹੜੇ ਅਕਾਲੀ ਲੀਡਰਸ਼ਿਪ ਦੇ ਵਿੱਚੋਂ ਹੀ ਕੁਝ ਇਸ ਤਰ੍ਹਾਂ ਦੀ ਗੱਲਬਾਤ ਹੋ ਗਈ। ਜੇ ਉਸ ਵੇਲੇ ਜੇ ਇਹ ਨੇਪਰੇ ਚੜ੍ਹ ਜਾਂਦਾ ਤੇ ਮੇਰੇ ਖਿਆਲ ਸਾਰੀ ਸਿੱਖ ਕੈਦੀ ਵੀ ਰਿਹਾ ਹੋ ਜਾਣੀ ਤੇ ਬਹੁਤ ਸਾਰੇ ਮਸਲੇ ਜਿਹੜੇ ਹੱਲ ਹੋ ਜਾਣੇ ਸੀ। ਉਸ ਵੇਲੇ ਸਾਡੀ ਸੂਝ ਬੂਝ ਦੀ ਜਿਹੜੀ ਕੁਝ ਕਮੀਆਂ ਨੇ, ਜਾਂ ਸਮਝ ਲਓ ਕਿ ਉਸ ਵੇਲੇ ਦੀ ਸਰਕਾਰ ਦੀਆਂ ਕੁਝ ਕਮੀਆਂ ਪੇਸ਼ੀਆਂ ਰਹਿ ਗਈਆਂ ਨੇ, ਉਹਦੇ ਕਰਕੇ ਕੰਮ ਸਾਡਾ ਮੇਰੇ ਖਿਆਲ ਰਹਿ ਗਿਆ। ਉਸ ਤੋਂ ਬਾਅਦ ਬੀਜੇਪੀ ਨਾਲ ਉਸ ਲੈਵਲ 'ਤੇ ਕਿਸੇ ਤਰ੍ਹਾਂ ਕੋਈ ਮੇਰੇ ਖਿਆਲ ਡਾਇਲਾਗ ਜਿਹੜੀ ਨਹੀਂ ਹੋਈ। ਬੇਸ਼ੱਕ ਸਾਡੇ ਸਿੱਖ ਜਥੇਬੰਦੀਆਂ ਜਾਂ ਸਾਡੇ ਭਾਈਚਾਰੇ ਦੇ ਆਗੂ ਜਿਹੜੀ ਆ ਜ਼ਰੂਰ ਸੈਂਟਰ ਦੇ ਨਾਲ ਇਸ ਬਾਰੇ ਰਾਬਤਾ ਜ਼ਰੂਰ ਕਰਦੇ ਰਹੇ। ਬਿਲਕੁਲ, ਬਹੁਤ ਇੱਕ ਵੱਡੀ ਸੂਚਨਾ ਜਾਂ ਇੱਕ ਵੱਡੀ ਗੱਲਬਾਤ ਜਿਹੜੀ ਹੈ ਨਾ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝੀ ਕੀਤੀ ਹੈ। ਸੋ ਜਿਵੇਂ ਦੱਸ ਰਹੇ ਨੇ ਕਿ 1999 ਦੇ ਵਿੱਚ ਹੀ ਮਹਿਤਾ ਚੌਂਕ ਵਿਖੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਦੇ ਵਿੱਚ ਆਰਐਸਐਸ ਮੁਖੀ ਜਿਹੜੇ ਨੇ ਉਹ ਪਹੁੰਚੇ ਔਰ ਉਹਨਾਂ ਦੇ ਨਾਲ ਚਰਚਾ ਜਿਹੜੀ ਹੈ ਉਹ ਜ਼ਰੂਰ ਚੱਲੀ। ਸਲੋ ਯਾਨੀ ਕਿ ਦੋ ਹੀ ਅਕਸਰ ਅਸੀਂ ਪੜ੍ਹਦੇ ਹਾਂ ਕਿ ਇੱਕ ਖਰਗੋਸ਼ ਬੜੀ ਤੇਜ਼ ਦੌੜਦਾ ਔਰ ਇੱਕ ਕੱਛੂ ਕੰਮਾ ਜਿਹੜਾ ਹੌਲੀ ਹੌਲੀ ਚੱਲਦਾ ਹੈ। ਔਰ ਆਰਐਸਐਸ ਜਿਹੜੀ ਹੈ ਨਾ ਉਹ ਹੌਲੀ ਹੌਲੀ ਚੱਲਦੀ ਹੈ, ਤਰੀਕੇ ਨਾਲ ਚੱਲਦੀ ਹੈ। ਔਰ ਆਰਐਸਐਸ ਵਾਹਦ ਇੱਕ ਐਸਾ ਵਪਾਰੀ ਹੈ, ਉਹ ਨਕਾਰਾ ਅਤੇ ਘਟੀਆ ਮਾਲ ਕਦੀ ਨਹੀਂ ਖਰੀਦਦੀ ਅਤੇ ਚੰਗਾ ਮਾਲ ਜਿਹੜਾ ਨਾ ਮੂੰਹ ਮੰਗੀ ਕੀਮਤ 'ਤੇ ਵੀ ਲੈ ਲੈਂਦੀ ਹੈ, ਚਾਹੇ ਉਹ ਲੀਡਰ ਹੋਵੇ, ਚਾਹੇ ਸਰਕਾਰ ਹੋਵੇ ਅਤੇ ਚਾਹੇ ਸੂਬਾ ਹੋਵੇ। ਇਹ ਉਹਨਾਂ ਦੀ ਕੁਆਲਿਟੀ ਹੈ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਤੁਹਾਡੇ ਵਾਸਤੇ ਬੋਲੀ ਕਿੱਥੋਂ ਤੱਕ ਹੈ? ਨਹੀਂ, ਕਿਸੇ ਅਹੁਦੇ ਦਾ ਵੇਖੋ, ਇੱਦਾਂ ਤਾਂ ਨਹੀਂ ਹੋ ਸਕਦਾ। ਪ੍ਰੋਫੈਸਰ ਸੱਚਾ ਜਿਹੜੇ ਨੇ ਉਹ ਮਤਲਬ ਇੱਦਾਂ ਹੀ ਚਲੇ ਜਾਣੇ, ਕਿੱਦਾਂ ਹੋ ਸਕਦਾ? ਜੇ ਮੈਂ ਤੁਹਾਨੂੰ ਕਹਾਂ ਕਿ ਮੈਂ ਬਿਨਾਂ ਸ਼ਰਤ ਉਹਦੇ ਵਿੱਚ ਭਾਜਪਾ 'ਚ ਸ਼ਾਮਲ ਹੋਇਆ ਔਰ ਭਾਜਪਾ ਨੇ ਮੈਨੂੰ ਮੇਰੇ ਬਾਰੇ ਜਾਣਦੇ ਹੋਏ, ਮੇਰੇ ਵਿਚਾਰਾਂ ਤੋਂ ਜਾਣਦੇ ਹੋਏ ਵੀ ਉਹਨਾਂ ਨੇ ਮੈਨੂੰ ਐਵੇਂ ਤਾਂ ਜਿਵੇਂ ਤਾਂ ਮੈਂ ਹੈ ਉਵੇਂ ਤਾਂ ਉਹਨਾਂ ਕਬੂਲ ਕੀਤਾ। ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੌਦੇਬਾਜ਼ੀ ਨਹੀਂ ਹੈ। ਹਾਂ, ਮੈਂ ਸੌਦੇਬਾਜ਼ੀ ਜ਼ਰੂਰ ਕਰਾਂਗਾ ਕਿ ਮੈਂ ਤੁਹਾਡੇ ਕੋਲ ਆਇਆ, ਮੇਰੀ ਗੱਲ ਇਹ ਜ਼ਰੂਰ ਸੁਣੀ ਜਾਵੇ ਕਿ ਮੇਰੀ ਕੌਮ ਦੇ ਦੁੱਖ ਦਰਦ ਜਿਹੜੇ ਆ ਉਹਨੂੰ ਹਰਨ ਵਾਸਤੇ ਨਾ ਜ਼ਰੂਰ ਪ੍ਰਬੰਧ ਕੀਤੇ ਜਾਣ। ਤੁਹਾਡੇ 'ਤੇ ਕੌਮ ਵਿਸ਼ਵਾਸ ਕਿੱਦਾਂ ਕਰੇ, ਭਰੋਸਾ ਕਿਵੇਂ ਕਰੇ? ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪਤਾ ਲੱਗ ਜਾਵੇਗਾ। ਠੀਕ ਹੈ। ਜਿਹੜੇ ਅੱਜ ਮੇਰੇ ਬਾਰੇ ਟਿੱਪਣੀਆਂ ਕਰ ਰਹੇ ਨੇ, ਆਲੋਚਨਾ ਕਰ ਰਹੇ, ਮੈਂ ਉਹਨਾਂ ਦਾ ਧੰਨਵਾਦ ਕਰਾਂਗਾ। ਤੁਹਾਡਾ ਆਕਾ ਹੁਣ ਕੌਣ ਹੈ? ਮੌਜੂਦਾ ਆਕਾ ਅਸੀਂ ਕਹੀਏ ਤਾਂ ਕੌਣ ਹੈ? ਕੌਣ ਤੁਹਾਡਾ ਆਕਾ ਕੌਣ ਹੈ ਹੁਣ? ਤੁਸੀਂ ਕਿਉਂਕਿ ਜਿਹਨੂੰ ਅਸੀਂ ਪਹਿਲਾਂ ਵੀ ਕਹਿ ਰਹੇ ਕਿ ਤੁਸੀਂ ਆਰਐਸਐਸ ਦਾ ਪੱਲਾ ਫੜ ਚੁੱਕੇ ਹੋ, ਤੁਹਾਡੇ ਗੱਲ ਦੇ ਵਿੱਚ ਆਰਐਸਐਸ ਵਾਲੇ ਦੇ ਜਿਹੜੇ ਹਨ ਸਰੋਪਾ ਪੈ ਗਿਆ। ਹੁਣ ਤੁਹਾਡਾ ਆਕਾ ਕੌਣ ਹੈ? ਰਿਸ਼ਪਾਲ ਜੀ, ਤੁਸੀਂ ਮੇਰੇ ਪੱਤਰਕਾਰ ਵੀਰ ਜੋ, ਮੈਂ ਤੁਹਾਡਾ ਮਾਨ ਸਨਮਾਨ ਕਰਦਾ, ਪਰ ਘੜੀ ਮੁੜੀ ਤੁਸੀਂ ਆਰਐਸਐਸ ਕਰਕੇ ਵਿਸ਼ੇ ਨੂੰ ਦੂਜੇ ਬੰਨੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹੋ। ਮੇਰੀਆਂ ਵੀ ਕੁਝ ਸਿੱਖੀ ਭਾਵਨਾਵਾਂ ਨੇ, ਜਿਵੇਂ ਦੂਜਿਆਂ ਦੀਆਂ ਸਿੱਖੀ ਭਾਵਨਾਵਾਂ ਨੇ, ਪਰ ਮੈਂ ਤੁਹਾਨੂੰ ਇਹ ਜ਼ਰੂਰ ਕਹਾਂਗਾ ਕਿ ਮੈਂ ਫਿਰ ਦੁਬਾਰਾ ਮੈਂ ਬੀਜੇਪੀ ਦਾ ਪੱਲਾ ਫੜਿਆ ਔਰ ਮੈਂ ਬੀਜੇਪੀ ਦਾ ਅੱਜ ਵਰਕਰ ਹਾਂ। ਆਰਐਸਐਸ ਨਾਲ ਮੇਰਾ ਹਾਲੇ ਤੱਕ ਵੀ ਕੋਈ ਲੈਣ ਦੇਣ ਨਹੀਂ। ਪ੍ਰੋਫੈਸਰ ਸਾਹਿਬ, ਮੈਂ ਕਿਉਂਕਿ ਤੁਸੀਂ ਬਹੁਤ ਹੀ ਸੁਲਝੇ ਹੋਏ
ਔਰ ਬਹੁਤ ਹੀ ਇੱਕ ਪੜ੍ਹੇ ਲਿਖੇ ਵਿਅਕਤੀ ਹੋ ਔਰ ਬਹੁਤ ਹੀ ਕਾਬਲ ਇਨਸਾਨ ਹੋ। ਮੈਂ ਤੁਹਾਡੇ ਨਾਲ ਫਿਰ ਇੱਕ ਗੱਲ ਕਰਾਂ ਕਿ RSS ਦੀਆਂ 58 ਸ਼ਾਖਾਵਾਂ ਨੇ, ਜਿਹਦੇ ਵਿੱਚੋਂ ਇੱਕ BJP ਵੀ ਹੈ। ਇਹਨਾਂ ਦੀ BJP ਦੀ ਜਿਹੜੀ ਮਾਂ ਹੈ ਉਹ RSS ਹੀ ਹੈ। ਹੁਣ ਤੱਕ ਸ਼ਾਖਾਵਾਂ ਉਹਨਾਂ ਦੀਆਂ 58 ਹੀ ਨੇ, ਪਰ ਇਹ ਬੜਾ ਕਲੀਅਰ ਹੈ ਕਿ ਬੇਸ਼ੱਕ ਚਾਹੇ ਉਹਨਾਂ ਨੇ BJP ਦੇ ਜ਼ਰੀਏ ਤੁਸੀਂ ਗਏ ਹੋ, ਮੈਂ ਮੰਨਿਆ ਕਿ BJP ਦੇ ਜ਼ਰੀਏ ਗਏ ਆ, ਪ੍ਰੋਫੈਸਰ ਜਰੀਆ ਨਹੀਂ BJP 'ਚ ਗਏ ਆ, ਕੀ ਟਾਰਗੇਟ ਮਿਲਿਆ, ਕੀ ਕਰਨਾ ਹੈ, ਕਿਹਨੂੰ ਲੈ ਕੇ ਆਉਣ ਦਾ ਟਾਰਗੇਟ ਕੀਤਾ, ਜਾਂ ਤੁਹਾਡੇ ਨਾਲ ਵਾਅਦਾ ਕੀ ਹੋਇਆ, ਜਾਂ ਤੁਸੀਂ ਉਹਨਾਂ ਨਾਲ ਕੀ ਪ੍ਰੋਮਿਸ ਕੀਤਾ ਕਿ ਮੈਂ ਆਵਾਂਗਾ, ਮੈਂ ਤੁਹਾਡੇ ਕੋਲ ਆ ਕੰਮ ਕਰਵਾ ਸਕਦਾ, ਜਾਂ ਮੇਰੇ 'ਚ ਆਹ ਕਾਬਲੀਅਤ, ਉਹਨਾਂ ਕੀ ਦੇਖਿਆ, ਤੁਹਾਨੂੰ ਕੀ ਟਾਰਗੇਟ ਦਿੱਤਾ? ਟਾਰਗੇਟ ਉਹਨਾਂ ਦਾ ਨਹੀਂ ਹੈ, ਟਾਰਗੇਟ ਤੁਹਾਡੇ ਵੀਰ ਦਾ ਹੈ ਜਾਂ ਤੁਹਾਡੇ ਵੀਰਾਂ ਦਾ ਹੈ। ਅਸੀਂ ਸਿੱਖ ਭਾਈਚਾਰੇ ਦੇ ਵਿੱਚੋਂ ਜਿਹੜੇ ਸੁਚੇਤ ਲੋਕ ਨੇ, ਸੂਝਵਾਨ ਲੋਕ ਨੇ, ਚਿੰਤਕ ਨੇ, ਵਿਦਵਾਨ ਨੇ, ਉਹਨਾਂ ਦੇ ਸਹਿਯੋਗ ਲੈ ਕੇ ਇੱਕ ਐਸੀ ਟੀਮ ਤਿਆਰ ਕਰਾਂਗੇ ਜਿਹੜੇ ਕਿ ਸੈਂਟਰ ਦੇ ਨਾਲ ਸਾਡੇ ਮਸਲਿਆਂ ਬਾਰੇ ਸਹੀ ਤਰੀਕੇ ਨਾਲ ਡਾਇਲੋਗ ਕਰ ਸਕੇ, ਔਰ ਸਾਡੀਆਂ ਜਿਹੜੀਆਂ ਮੰਗਾਂ ਨੇ, ਸਾਡੀਆਂ ਜਿਹੜੀਆਂ ਲੋੜਾਂ ਥੋੜਾਂ ਨੇ, ਉਹ ਪੂਰੀਆਂ ਕਰਵਾਈਆਂ ਜਾ ਸਕਣ। ਪ੍ਰੋਫੈਸਰ ਸਾਹਿਬ, ਪਿਛਲੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀਰ ਬਾਲ ਦਿਵਸ ਦਾ ਐਲਾਨ ਹੁੰਦਾ, ਦਮੀ ਟਕਸਾਲ ਦੇ ਜਿਹੜੇ ਮੌਜੂਦਾ ਮੁਖੀ ਨੇ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਇਸ ਐਲਾਨ ਦਾ ਸਮਰਥਨ ਕੀਤਾ ਜਾਂਦਾ, ਸਵਾਗਤ ਕੀਤਾ ਗਿਆ। ਠੀਕ ਅਗਲੇ ਦਿਨ ਹੀ ਗੁਜਰਾਤ ਦੇ ਵਿੱਚ ਬਾਲ ਦਿਵਸ ਨੂੰ ਸਮਰਪਿਤ ਕਹਿ ਲਈਏ, ਜਾਂ ਉਹਨਾਂ ਨੇ ਕੀ ਕੀਤਾ ਕਿ ਸਾਹਿਬਜ਼ਾਦੇ ਜਿਹੜੇ ਨੇ ਟੋਪੀ ਵਾਲੇ ਸਾਹਿਬਜ਼ਾਦੇ ਬਣਾਏ, ਔਰ ਉਹਨਾਂ ਕੋਲੋਂ ਉਹਨਾਂ ਦੇ ਕਿਰਦਾਰ ਨਿਭਾਏ ਗਏ ਸਾਹਿਬਜ਼ਾਦਿਆਂ ਦੇ। ਤੁਸੀਂ ਪ੍ਰੋਫੈਸਰ ਸਾਹਿਬ ਸੁਲਝੇ ਹੋਏ ਇਨਸਾਨ ਹੋ, ਮੈਨੂੰ ਇਹ ਦੱਸੋ ਕਿ ਇਹ ਨਹੀਂ ਹੋ ਸਕਦਾ ਕਿ ਇੱਧਰੋਂ ਐਲਾਨ ਹੋਵੇ ਅਤੇ ਉੱਧਰੋਂ ਉਹ ਡਰਾਮਾ ਕਰ ਦੇਣ। ਇਹਦਾ ਮਤਲਬ ਹੈ ਕਿ ਜਿਹੜੀ ਬਹੁਤ ਦੇਰ ਤੋਂ ਪ੍ਰੈਕਟਿਸ ਕਰਵਾਈ ਗਈ, ਸਮਝਾਇਆ ਗਿਆ, ਸੁਲਝਾਇਆ ਗਿਆ, ਔਰ ਇੱਧਰੋਂ ਐਲਾਨ ਹੁੰਦਿਆਂ ਸਾਰੀ ਉਹਨਾਂ ਨੇ ਦੱਸ ਦਿੱਤਾ ਕਿ ਅਗਲਾ ਉਹਨਾਂ ਦਾ ਨਿਸ਼ਾਨਾ ਕੀ ਹੈ, ਉਹ ਕਿਸ ਤਰੀਕੇ ਦੇ ਨਾਲ ਸਿੱਖੀ ਦਾ ਘਾਣ ਕਰਨ ਜਾ ਰਹੇ ਨੇ। ਪਰ ਉੱਥੇ ਦਮਦਮੀ ਟਕਸਾਲ ਦੀ ਚੁੱਪ ਔਰ ਪ੍ਰੋਫੈਸਰ ਸਾਹਿਬ ਦੀ ਚੁੱਪ, ਇਹ ਕੀ ਇਸ਼ਾਰਾ ਕਰਦੀ ਹੈ? ਬਹੁਤ ਵਧੀਆ ਤੁਸੀਂ ਕੁਐਸਚਨ ਪੁੱਟ ਕੀਤਾ। ਰਿਸਪਾਂਸ ਇਸ ਤਰ੍ਹਾਂ ਹੈ, ਪਹਿਲੀ ਗੱਲ ਤਾਂ ਬਾਲ ਦਿਵਸ ਜਿਹੜੀ ਆਪਣੇ ਵੀਰ ਬਾਲ ਦਿਵਸ 'ਤੇ ਮੈਂ ਵੀ ਬਹੁਤ ਸ਼ਲਾਘਾ ਕਰਦਾ ਇਸ ਐਲਾਨ ਦਾ, ਕਿਉਂਕਿ ਜਿਹੜੇ ਇਸ ਬਾਲ ਦਿਵਸ ਨਾਮਕਰਨ ਤੋਂ ਜਾਂ ਬਾਲ ਦਿਵਸ ਦਾ ਵਿਰੋਧ ਕਰ ਰਹੇ ਨੇ, ਮੈਂ ਇਹਨਾਂ ਨੂੰ ਇੱਕ ਸਵਾਲ ਜ਼ਰੂਰ ਰੱਖਣਾ ਚਾਹਾਂਗਾ ਕਿ ਮੈਨੂੰ ਇਹ ਦੱਸਿਆ ਜਾਵੇ ਕਿ ਕੌਮੀ ਪੱਧਰ 'ਤੇ ਉੱਤੇ ਸਿੱਖਾਂ ਨੂੰ ਸਮਰਪਿਤ ਕਿਹੜਾ ਦਿਨ ਦਿਹਾੜ ਮਨਾਇਆ ਜਾਂਦਾ ਰਿਹਾ। ਜੇ ਪ੍ਰਧਾਨ ਮੰਤਰੀ ਨੇ ਅੱਜ ਇਹ ਕੌਮੀ ਪੱਧਰ ਉੱਤੇ ਵੀਰ ਬਾਲ ਦਿਵਸ ਦਿਹਾੜਾ ਮਨਾਉਣ ਦਾ ਜੇ ਸਾਨੂੰ ਅਵਸਰ ਦਿੱਤਾ ਹੈ, ਤੇ ਇਹ ਬਹੁਤ ਵੱਡੀ ਗੱਲ ਹੈ, ਛੋਟੀ ਗੱਲ ਨਹੀਂ। ਰਹੀ ਗੱਲ ਬਾਲ ਦਿਵਸ ਤੇ ਉਸ ਜਿਹੜੀ ਜਿਵੇਂ ਤੁਸੀਂ ਦੱਸ ਰਹੇ ਹੋ ਝਾਕੀਆਂ ਦਾ, ਵੇਖੋ ਪੰਜਾਬ ਦੇ ਜਿਹੜੇ ਸਿੱਖ ਆ ਜਾਂ ਜਿਹੜੇ ਸਾਡੇ ਦੇਸ਼ ਦੇ ਕੋਨੇ ਵਾਸਤੇ ਸਿੱਖ ਨੇ, ਉਹਨਾਂ ਨੂੰ ਤਾਂ ਪਤਾ ਹੈ ਸਿੱਖੀ ਕੀ ਹੈ, ਸਿੱਖੀ ਸਿਧਾਂਤ ਕੀ ਹੈ, ਪਰ ਜਿਹੜੇ ਦੂਸਰੀ ਕੌਮਾਂ ਨੇ, ਦੂਜੇ ਲੋਕਾਂ ਨੂੰ ਸਿੱਖੀ ਸਿਧਾਂਤਾਂ ਬਾਰੇ ਨਹੀਂ ਪਤਾ। ਇਹ ਸਾਡੇ 'ਚ ਕਮੀ ਪੇਸ਼ੀ ਰਹਿ ਕੇ ਅਸੀਂ ਉਹਨਾਂ ਨੂੰ ਨਹੀਂ ਦੱਸ ਸਕੇ। ਪਰ ਜਦੋਂ ਵੀਰ ਬਾਲ ਦਿਵਸ ਮਨਾਇਆ ਜਾਇਆ ਕਰੇਗਾ ਹਰ ਸਾਲ, ਉੱਥੇ ਅਸੀਂ ਇਸ ਨੂੰ ਐਸੀ ਤਸਵੀਰ ਪੇਸ਼ ਕਰਾਂਗੇ ਜਿਹਦੇ ਵਿੱਚ ਉਹ ਸਿੱਖੀ ਸਿਧਾਂਤਾਂ ਦੀ ਜਿਹੜੀ ਆ ਉਹ ਝਲਕ ਪੇਸ਼ ਆਵੇ। ਤਾਂ ਸੋਸ਼ਲ ਮੀਡੀਆ ਤੇ ਮੈਂ ਬੇਨਤੀ ਚਾਹੂੰਗਾ, ਇੱਕ ਸੋਸ਼ਲ ਮੀਡੀਆ ਤੇ ਉਹ ਚੱਲਣ ਦੇ ਨਾਲ ਕਿੰਨੇ ਹਿਰਦੇ ਵਲੂੰਦਰੇ ਗਏ, ਕੀ ਕੁਝ ਹੋਇਆ, ਔਰ ਪੂਰੇ ਪੰਥ ਨੇ ਦੇਖਿਆ ਕਿ ਕੋਈ ਬੋਲਿਆ ਨਹੀਂ। ਮੈਂ ਇਹ ਤਾਂ ਸਵਾਲ ਇਹੀ, ਜੇ ਬੋਲਿਆ ਨਹੀਂ, ਬੋਲਣਗੇ ਜ਼ਰੂਰ, ਔਰ ਉਹਨਾਂ ਨੂੰ ਸਹੀ ਤਰੀਕੇ ਨਾਲ ਜਾਣਕਾਰੀ ਦੇਣੀ ਜ਼ਰੂਰੀ ਆ। ਇਹ ਤਾਂ ਸ਼ੁਰੂਆਤ ਹੀ ਆ, ਆਪਾਂ ਜਾਣਕਾਰੀ ਤਾਂ ਦੇਈਏ ਨਾ। ਬਾਲ ਦਿਵਸ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਾਂ ਵੀਰ ਬਾਲ ਦਿਵਸ ਵੀ ਕੋਈ ਚੀਜ਼ ਆ। ਕੀ ਹੋਇਆ ਸੀ, ਸਾਹਿਬਜ਼ਾਦਿਆਂ ਦੀ ਸ਼ਹੀਦੀ ਪਾਈ ਸੀ, ਇਹ ਸ਼ਹੀਦੀ ਨੂੰ ਸਮਰਪਿਤ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਇਹ ਕੁਝ ਕਰ ਰਹੇ ਹਾਂ। ਜੇ ਅੱਜ ਅਸੀਂ ਯਾਦ ਦੇ ਵਿੱਚ ਕੁਝ ਕਰ ਰਹੇ ਹਾਂ, ਜੇ ਕੁਝ ਗਲਤ ਹੋ ਗਿਆ ਕਿਸੇ ਕੋਲੋਂ, ਠੀਕ ਹੈ, ਮਾੜੀ ਗੱਲ ਆ, ਉਹਨਾਂ ਨੂੰ ਹੌਲੀ ਹੌਲੀ ਆਪਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਸੋਧ ਕਰਾਈਏ। ਇਹ ਜ਼ਿੰਮੇਵਾਰੀ ਜਿਹੜੀ ਆਪਾਂ ਨਿਭਾਈ ਹੈ, ਉਹ ਸਹੀ ਤਰੀਕੇ ਦੇ ਨਾਲ ਵੀਰ ਬਾਲ ਦਿਵਸ ਨੂੰ ਜਿਸ ਮਕਸਦ ਵਾਸਤੇ ਇਹ ਦਿਨ ਦਿਹਾੜ ਆਪਾਂ ਉਲੀਕਿਆ, ਉਹਨੂੰ ਸਹੀ ਤਰੀਕੇ ਨਾਲ ਉਹਦੀ ਪੇਸ਼ਕਾਰੀ ਵਾਸਤੇ ਆਪਾਂ ਉਹ ਜ਼ਿੰਮੇਵਾਰੀ ਆਪ ਚੁੱਕੀ। ਜੀ ਪ੍ਰੋਫੈਸਰ ਸਾਹਿਬ, ਪ੍ਰੋਗਰਾਮ ਆਖਰੀ ਪਲਾਂ ਵੱਲ ਜਾ ਰਿਹਾ। ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਕਿ ਤੁਹਾਡੇ ਸੰਬੰਧ ਸ਼੍ਰੋਮਣੀ ਅਕਾਲੀ ਦਲ ਨਾਲ ਬਹੁਤ ਹੀ ਬਿਹਤਰ ਰਹੇ, ਬੜੇ ਪਿਆਰੇ ਰਹੇ, ਔਰ ਬੜਾ ਮਾਨ ਸਨਮਾਨ ਸੀ ਤੁਹਾਡਾ। ਬਿਕਰਮਜੀਤ ਸਿੰਘ ਮਜੀਠੀਏ ਦੇ ਨਾਲ ਤੁਹਾਡੇ ਸੰਬੰਧ ਕੈਸੇ ਸੀ? ਬਹੁਤ ਵਧੀਆ ਸੀ, ਭਰਾਵਾਂ ਵਰਗੇ ਮੇਰੇ। ਹੁਣ ਵੀ ਕੈਸੇ? ਹੁਣ ਵੀ ਠੀਕ ਹੈ, ਬਹੁਤ ਵਧੀਆ, ਕੋਈ ਮਾੜੀ ਵੀ ਨਹੀਂ। ਸੋ ਕਦੋਂ ਜੱਫੀ ਪਵਾ ਰਹੇ ਹੋ? ਉਹ ਉਹਨਾਂ ਦੀ ਮਰਜ਼ੀ ਆ, ਜਦੋਂ ਮਰਜ਼ੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣ, ਅਸੀਂ ਉਹਨਾਂ ਦਾ ਖੁੱਲ੍ਹੇ ਮਨ ਨਾਲ ਸਵਾਗਤ ਕਰਾਂਗੇ। ਕੀ ਬਾਤ ਹੈ। ਪਰ ਚਰਚਾ ਤਾਂ ਹੋਈ ਹੋਏਗੀ ਨਾ ਕਿ ਆਖਰ ਜੇਕਰ ਪ੍ਰੋਫੈਸਰ ਸੱਚਾਂ ਜਾ ਸਕਦੇ ਨੇ, ਕੋਈ ਤਾਂ ਚੀਜ਼ ਹੈ ਜੇ ਇੰਨੀ ਖਿੱਚ ਵੱਜੀ ਹੈ, ਕੁਛ ਤਾਂ ਹੈ। ਮੈਂ ਤੁਹਾਨੂੰ ਇਹੀ ਕਿਹਾ, ਸ਼੍ਰੋਮਣੀ ਅਕਾਲੀ ਦਲ ਅੱਜ
ਇਹ ਆਪਣੀ ਸਮਰੱਥਾ ਗਵਾ ਚੁੱਕੀ ਹੈ ਕਿ ਉਹ ਸਿੱਖ ਮਸਲਿਆਂ ਦਾ ਹੱਲ ਕਰਵਾ ਸਕਣ, ਕਿਉਂਕਿ ਬਹੁਤ ਮੌਕਾ ਦਿੱਤਾ। ਠੀਕ ਹੈ। ਹੁਣ ਜਿਹੜੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਲੀਡਰਸ਼ਿਪ ਦਾ ਗੈਪ ਆ, ਇਹਨੂੰ ਪੂਰਨ ਦੀ ਲੋੜ ਹੈ। ਠੀਕ ਹੈ। ਆਪਾਂ ਸਾਰੇ ਜਿਹੜੇ ਹੈ ਨਾ ਸੁਚੇਤ ਵਰਗ ਦੇ ਲੋਕ ਆਪਾਂ ਇਕੱਠੇ ਹੋਈਏ, ਬੀਜੇਪੀ ਦਾ ਸਾਥ ਦਈਏ ਅਤੇ ਇਹ ਜਿਹੜਾ ਗੈਪ ਪਿਆ ਹੋਇਆ ਨਾ, ਇਹਦੀ ਪੂਰਤੀ ਕਰੀਏ। ਫਿਰ ਸਵਾਲ ਨੂੰ, ਕਿਉਂਕਿ ਤੁਸੀਂ ਬੜੀ ਦਲੇਰੀ ਨਾਲ, ਨਿਡਰਤਾ ਨਾਲ, ਅਤੇ ਤੁਹਾਡਾ ਜਿਹੜਾ ਸ਼ਬਦ ਹੁੰਦਾ ਨਾ ਇੱਕ ਬੜਾ ਨੱਪਿਆ ਤੁਲਿਆ ਹੁੰਦਾ ਅਤੇ ਬੜਾ ਵਜ਼ਨਦਾਰ ਹੁੰਦਾ। ਮੈਂ ਤੁਹਾਡੇ ਤੋਂ ਸਿਰਫ ਚਾਹੂੰ, ਭਾਵੇਂ ਇਸ਼ਾਰੇ 'ਚ ਗੱਲ ਘੁਮਾਓ, ਕਿ ਤੁਹਾਨੂੰ ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਦੇ ਜਿਹੜੇ ਜਰਨੈਲ ਨੇ, ਉਹਨਾਂ ਦਾ ਬੀਜੇਪੀ ਦੀ ਸਟੇਜ 'ਤੇ ਬਹੁਤ ਜਲਦੀ ਜਾ ਸਕਦੇ ਕਿ ਨਹੀਂ ਜਾ ਸਕਦੇ? ਕਿਆਸ ਰਹੀਆਂ ਨੇ ਕਿ ਤੁਹਾਡੇ ਕੋਲ ਕੁਝ ਇਸ਼ਾਰਾ ਹੈ? ਮੈਂ ਇਸ ਬਾਰੇ ਕੁਛ ਨਹੀਂ ਕਹਿ ਸਕਦਾ, ਕਿਉਂਕਿ ਮੇਰੇ ਨਾਲ ਇਸ ਬਾਰੇ ਉਹਨਾਂ ਦੀ ਕੋਈ ਗੱਲ ਨਹੀਂ ਹੋਈ ਕਾਫੀ ਲੰਮੇ ਸਮੇਂ ਤੋਂ। ਠੀਕ ਹੈ। ਹਾਂਜੀ, ਇਹ ਤੁਹਾਡੀ ਰਾਏ ਕੀ ਜਾਣਾ ਚਾਹੀਦਾ? ਮੇਰੇ ਖਿਆਲ ਜ਼ਰੂਰ ਉਹਨੂੰ ਹੀ ਕੀ ਜੀ, ਬਹੁਤ ਸਾਰੇ ਉਹਨਾਂ ਲੋਕਾਂ ਨੂੰ ਸਾਨੂੰ ਬੀਜੇਪੀ ਦਾ ਸਾਥ ਦੇਣਾ ਚਾਹੀਦਾ ਜਿਹੜੇ ਪੰਜਾਬ ਦੇ ਹਿੱਤ ਸੋਚਦੇ ਨੇ। ਜੀ 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 ਤੁਹਾਨੂੰ ਲੱਗਦਾ ਕਿ ਦਮਦਮੀ ਟਕਸਾਲ ਦੇ ਮੁਖੀ ਪੰਜਾਬ ਦਾ ਹਿੱਤ ਸੋਚਦੇ ਨੇ? ਜ਼ਰੂਰ ਸੋਚਦੇ, ਪਰ ਤੁਸੀਂ ਜਿਹੜਾ ਦਮਦਮੀ ਟਕਸਾਲ ਇੱਕ ਧਾਰਮਿਕ ਜਥੇਬੰਦੀ ਆ, ਉਹਨਾਂ ਨੂੰ ਇਸ ਪਾਸੇ ਬਾਰੇ ਤੁਹਾਡਾ ਜਿਹੜਾ ਨਾ ਮੋੜ। ਦਮਦਮੀ ਟਕਸਾਲ ਦਾ ਅਕਸਰ ਰਾਜਨੀਤੀ ਜਿਹੜੀ ਹੈ, ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ, ਉਹਦੇ ਨਾਲ ਤਾਂ ਉਹਨਾਂ ਦਾ ਨਾਂ ਸ਼ਰੇਆਮ ਜੁੜਦਾ, ਦੇਖਦੇ ਵੀ ਹੈ ਰਿਸ਼ਤੇ ਉਹਨਾਂ ਨਾਲ। ਬਿਲਕੁਲ ਠੀਕ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਾ ਇੱਕ ਪੰਥ ਦੀ ਸਿਆਸੀ ਜਮਾਤ ਹੈ, ਉਹ ਇਸ ਕਰਕੇ ਸ਼੍ਰੋਮਣੀ ਅਕਾਲੀ ਨਾਲ ਟਕਸਾਲ। ਕਿਉਂ ਨਹੀਂ ਚੁਣਿਆ ਸ਼੍ਰੋਮਣੀ ਅਕਾਲੀ ਦਲ? ਉਹ ਇਸ ਕਰਕੇ ਨਹੀਂ ਚੁਣਿਆ ਕਿ ਉਹਨਾਂ ਨੂੰ ਬਹੁਤ ਮੌਕਾ ਦਿੱਤਾ, ਪਰ ਉਹਨਾਂ ਨੇ ਉਸ ਮੌਕਿਆਂ ਦੇ ਉੱਤੇ ਸਿੱਖੀ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਉਨੀ ਗੰਭੀਰਤਾ ਨਹੀਂ ਵਿਖਾਈ ਜਿੰਨੀ ਗੰਭੀਰਤਾ ਦੀ ਮੈਂ ਆਸ ਰੱਖਦਾ ਜਾਂ ਸਿੱਖ ਭਾਈਚਾਰਾ ਆਸ ਰੱਖਦੇ। ਤਾਂ ਇਹੋ ਜਿਹੜੀ ਸੋਚ ਤੁਹਾਡੀ ਹੈ ਕਿ ਇਹ ਸੋਚ ਜਿਹੜੀ ਹੈ ਬਾਬਾ ਜੀ ਦੀ ਨਹੀਂ ਹੈਗੀ? ਨਹੀਂ, ਬਾਬਾ ਜੀ ਧਾਰਮਿਕ ਵਿਚਾਰਾਂ ਵਾਲੇ ਨੇ, ਉਹਨਾਂ ਨੂੰ ਆਪਣੇ ਖੇਤਰ ਦੇ ਵਿੱਚ ਕੰਮ ਕਰਨ ਦਈਏ ਅਤੇ ਉਹਨਾਂ ਨੂੰ ਇਸ ਪਾਸੇ ਉਲਝਾਉਣ ਦੀ ਆਪਾਂ ਕੋਸ਼ਿਸ਼ ਨਾ ਕਰੀਏ। ਠੀਕ ਹੈ। ਸੋ ਆਖਰੀ ਦੇ ਵਿੱਚ ਕਿ ਆਖਿਰ ਪ੍ਰੋਫੈਸਰ ਸਰਚੰਦ, ਬਹੁਤ ਸਾਰੇ ਸਿੱਖ ਕੌਮ ਦੇ ਜਿਹੜੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸਿੱਖ ਚਿਹਰੇ, ਸਿੱਖ ਆਗੂ, ਜਿਨ੍ਹਾਂ 'ਚ ਮਨਜਿੰਦਰ ਸਿੰਘ ਸਿਰਸਾ ਵੀ ਨੇ ਅਤੇ ਹੋਰ ਵੀ ਬਹੁਤ ਸਾਰੇ ਸਿੱਖ ਚਿਹਰੇ ਨੇ ਜਿਹੜੇ ਬੀਜੇਪੀ ਦੀ ਬੇੜੇ ਦੇ ਵਿੱਚ ਸਵਾਰ ਹੋਏ ਨੇ। ਉੱਥੇ ਮੈਂ ਦੋ ਚੀਜ਼ਾਂ ਦੇਖੀਆਂ, ਜਿਹੜੇ ਤੇ ਸ਼ਾਨੋ ਸ਼ੌਕਤ ਦੇ ਨਾਲ ਕਿਸੇ ਵੀ ਲੀਡਰਸ਼ਿਪ ਦੇ ਬਰਾਬਰ ਬੈਠਦੇ ਸੀ, ਜਿੱਦਾਂ ਤੁਸੀਂ ਬੈਠੇ, ਜਿੱਦਾਂ ਮੈਂ ਬੈਠਾ। ਮੈਂ ਪਿਛਲੀਆਂ ਇੱਕ ਦੋ ਮੇਰੇ ਕੋਲ ਤਸਵੀਰਾਂ ਵੀ ਪਈਆਂ ਨੇ, ਮੈਂ ਕੀ ਦੇਖ ਰਿਹਾ ਉਹਨਾਂ ਦੇ ਵਿੱਚ ਕਿ ਜਿਹੜੇ ਤੇ RSS ਦੇ ਮੇਨ ਜਾਂ ਬੀਜੇਪੀ ਦੇ ਮੇਨ ਲੀਡਰ ਨੇ, ਉਹਨਾਂ ਵਾਸਤੇ 4 ਕੁਰਸੀਆਂ ਨੇ, ਸਟੇਜ ਲੱਗੀ ਹੋਈ ਹੈ। ਚੰਗੇ ਭਲੇ ਸਿੱਖ ਚਿਹਰੇ ਜਿਹੜੇ ਨੇ ਉਹ ਪਿਛਲੇ ਪਾਸੇ ਖੜੇ ਨੇ, ਸਿਰ ਨੀਵੇਂ ਨੇ, ਹੱਥ ਜੁੜੇ ਹੋਏ ਨੇ, ਅਤੇ ਜਿੰਨੀ ਵੀ ਸਾਹਮਣੇ ਬੀਜੇਪੀ ਦੇ ਕੈਡਰ ਬੈਠਾ ਹੋਏਗਾ, ਉਹਨਾਂ ਨੂੰ ਇਹ ਦੱਸਦੇ ਹੋਣਗੇ ਕਿ ਆਹ ਨਾ ਜਿਹੜੇ ਸਿੰਘੂ ਬਾਰਡਰ 'ਤੇ ਬੈਠੇ ਕਹਿੰਦੇ ਸੀ ਕਿ ਅਸੀਂ ਦਿੱਲੀ ਜਿੱਤਣ ਆਏ ਹਾਂ, ਇਹ ਨੇ ਇਹੋ ਲੋਕਾਂ ਜਿਹੜੇ ਕਹਿੰਦੇ ਸੀ ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਆਹ ਨੇ ਜਿਹੜੇ ਕਹਿੰਦੇ ਸੀ ਅਸੀਂ ਸਿੱਖੀ ਕਰਕੇ ਇਹ ਕੁਰਬਾਨੀਆਂ ਤੇ ਇਹ ਸ਼ਹਾਦਤਾਂ ਦੇ ਦਿੱਤੀਆਂ ਨੇ, ਆਹ ਲਓ ਗੁਲਾਮਾਂ ਦੀ ਤਰ੍ਹਾਂ ਸਾਡੇ ਮਗਰ ਖੜੇ ਨੇ। ਤੁਹਾਨੂੰ ਕੀ ਲੱਗਦਾ ਇਹ ਵਰਤਾਰਾ, ਇਹ ਦੇਖ, ਇਹ ਤਸਵੀਰਾਂ ਕੀ ਸੁਨੇਹਾ ਦੇਣਗੀਆਂ ਕੌਮ ਨੂੰ? ਰਸਵਾਲ ਜੀ, ਜਿਹੜੇ ਸਾਡੇ ਪੰਜਾਬੀ ਹੈ ਨਾ, ਖਾਸ ਕਰਕੇ ਸਿੱਖ ਭਾਈਚਾਰਾ, ਅਸੀਂ ਦੇਸ਼ ਲਈ ਵੀ ਕੁਰਬਾਨੀਆਂ ਕੀਤੀਆਂ ਨੇ, ਸਮਾਜ ਲਈ ਵੀ ਕੀਤੀਆਂ ਨੇ, ਸੂਬੇ ਲਈ ਵੀ ਕੀਤੀਆਂ ਨੇ, ਜਿੱਥੇ ਲੋੜ ਪਈ ਅਸੀਂ ਕੁਰਬਾਨੀਆਂ ਦਿੰਦੇ ਆ ਰਹੇ ਹਾਂ। ਗੁਲਾਮੀ ਤੇ ਕੁਰਬਾਨੀ 'ਚ ਫਰਕ ਹੈ। ਹਾਂ, ਬਹੁਤ ਫਰਕ ਹੈ। ਜਿਹੜੀ ਤੁਸੀਂ ਗੁਲਾਮੀ ਦੀ ਗੱਲ ਕਰ ਰਹੇ ਹੋ, ਸਿੱਖਾਂ ਦੇ ਵਿੱਚ ਉਹ ਗੁਲਾਮੀ ਨਹੀਂ, ਉਹ ਹਲੀਮੀ ਆ। ਮੈਂ ਤਸਵੀਰਾਂ ਦਿਖਾ ਸਕਦਾ ਤੁਹਾਨੂੰ, ਉਹ ਹਲੀਮੀ ਕਿੱਥੇ ਆ? ਉਹ ਕੁਰਸੀ ਤੋਂ ਬਰਾਬਰ ਨਾ ਮਿਲੇ ਤੇ ਸਟੇਜ ਛੱਡ ਕੇ ਚਲ ਜਾਂਦੇ ਸੀ, ਭਾਵੇਂ ਉਹ ਕਾਂਗਰਸ ਦੀ ਸੀ, ਭਾਵੇਂ ਕਿਸੇ ਦੀ ਸੀ, ਪਰ ਹੁਣ ਮਗਰਲੇ ਪਾਸੇ ਉਹਨਾਂ ਨੂੰ ਖੜੇ ਦੇਖਿਆ ਤਰਸ ਆਉਂਦਾ ਸੀ। ਮੈਨੂੰ ਤੁਸੀਂ ਤਸਵੀਰ ਦਿਖਾਓ ਕਿ ਕਿਹੜੀ ਤਸਵੀਰ ਹੈ ਜਿਹਦੇ ਵਿੱਚ ਉਹਤੇ ਤੁਹਾਨੂੰ ਤਰਸ ਆਇਆ। ਜੇ ਤੁਸੀਂ ਮੈਨੂੰ ਕਹੇ ਨਾ ਕਿ ਸਰਚਾਂਦ ਸਿੰਘ ਤੂੰ ਪਿੱਛੇ ਖੜ ਜਾ, ਜੇ ਤੁਸੀਂ ਗੱਲ ਕਹੋ ਕਿ ਨੰਗੇ ਪੈਰੀ ਮੈਂ ਖੜਨ ਨੂੰ ਤਿਆਰ ਹਾਂ, ਮਸਲਾ ਇਹ ਆ ਕਿ ਮੇਰੇ ਆਪਣੇ ਨੇ, ਮੇਰੇ ਕੌਮ, ਮੇਰੇ ਦੇਸ਼, ਮੇਰੇ ਸੂਬੇ ਦਾ ਜਿਹੜਾ ਕਦਰਦਾਨ ਹੋਵੇ। ਜੇ ਮੇਰੇ ਸੂਬੇ ਦਾ ਕਦਰਦਾਨ ਕਦੇ ਵੀ ਹੋਊਗਾ, ਮੈਂ ਉਹਦੇ ਪੈਰੇ ਵੀ ਬੈਠਣ ਲਈ ਤਿਆਰ ਹਾਂ। ਯਾਨੀ ਕਿ ਉਹਦੀ ਗੁਲਾਮੀ ਕਰਨ ਨੂੰ ਵੀ ਤਿਆਰ ਆ? ਕੋਈ ਸ਼ੱਕ ਨਹੀਂ। ਉਹ ਮੇਰੀਆਂ ਭਾਵੇਂ ਜੇ ਤੁਸੀਂ ਮੇਰੇ ਪੰਥ ਦਾ ਕੁਝ ਸਵਾਰ ਦੋਗੇ ਨਾ, ਮੇਰੀ ਚੰਮ ਦੀਆਂ ਭਾਵੇਂ ਤੁਸੀਂ ਜੁੱਤੀਆਂ ਬਣਾ ਕੇ ਪਾ ਲਾ, ਮੈਂ ਉਹ ਵੀ ਪਾ ਦਾਂ। ਹੋਰ ਦੱਸੋ? ਠੀਕ ਹੈ। ਸੋ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਪ੍ਰੋਫੈਸਰ ਸਾਹਿਬ ਨੇ ਜਿਵੇਂ ਦੱਸਿਆ, ਵੈਸੇ ਤਾਂ ਜਿਵੇਂ ਗੱਲ ਕਰ ਰਹੇ ਸੀ ਕਿ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਬਹੁਤ ਸਾਰੇ ਆਗੂ ਜਿਹੜੇ ਨੇ, ਪੰਥ ਦੇ ਕਈ ਆਗੂ ਜਿਹੜੇ ਨੇ, ਉਹ ਬੀਜੇਪੀ ਦੇ ਬੇੜੇ 'ਚ ਸਵਾਰ ਹੋਏ, ਬੀਜੇਪੀ ਦਾ ਪੱਲਾ ਫੜਿਆ। ਹੋਰ ਕਿਸੇ ਵਾਰ ਵੀ ਇੰਨੀ ਚਰਚਾਵਾਂ ਦਾ ਵਿਸ਼ਾ ਨਹੀਂ ਬਣਿਆ, ਕਿੰਤੂ ਪਰੰਤੂ ਨਹੀਂ ਹੋਈ। ਪਰ ਪ੍ਰੋਫੈਸਰ ਸਰਚੰਦ ਸਿੰਘ ਜੀ ਖਿਆਲਾ ਵੱਲੋਂ ਜਿਵੇਂ ਹੀ ਬੀਜੇਪੀ ਦੀ ਸਟੇਜ ਸਾਂਝੀ ਕੀਤੀ ਜਾਂਦੀ ਹੈ, ਬੀਜੇਪੀ ਜੁਆਇਨ ਕੀਤੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਟਿੱਪਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕਈਆਂ ਨੇ ਵਧਾਈਆਂ ਦਿੱਤੀਆਂ, ਕਿਸੇ ਨੇ ਸ਼ੁਭ ਇੱਛਾਵਾਂ ਦਿੱਤੀਆਂ, ਕਿਸੇ ਨੇ ਬਿਹਤਰ ਭਵਿੱਖ ਲਈ ਕਾਮਨਾ ਕੀਤੀ, ਅਤੇ ਕੁਝ ਲੋਕਾਂ ਨੇ ਇਹਨਾਂ 'ਤੇ ਟਿੱਪਣੀਆਂ ਵੀ ਕੀਤੀਆਂ ਔਰ ਇਹਨਾਂ ਨੂੰ ਤਰ੍ਹਾਂ ਦੇ ਆਰੋਪਾਂ ਦੇ ਨਾਲ ਜਿਹੜਾ ਕਮੈਂਟਸ ਦੇ ਜ਼ਰੀਏ ਘੇਰਨ ਦੀ ਕੋਸ਼ਿਸ਼ ਵੀ ਕੀਤੀ। ਸੋ ਇਹਨਾਂ ਦਾ ਇਹੀ ਕਹਿਣਾ ਕਿ ਪੰਥ ਦੇ ਲਈ, ਕੌਮ ਦੇ ਲਈ, ਅਗਰ ਉਹਨਾਂ ਦੇ ਚੰਮ ਦੀਆਂ ਜੁੱਤੀਆਂ ਵੀ ਕੋਈ
ਬਣਾ ਕੇ ਭਾਵ ਲਵੇ ਤਾਂ ਆਪਣੇ ਚੰਮ ਦੀਆਂ ਜੁੱਤੀਆਂ ਪਾਉਣ ਨੂੰ ਵੀ ਤਿਆਰ ਨੇ। ਬੇਸ਼ੱਕ ਕੋਈ ਇਹਨੂੰ ਗੁਲਾਮੀ ਕਵੇ, ਬੇਸ਼ੱਕ ਇਹਨੂੰ ਕੁਛ ਵੀ ਕਵੇ, ਉਹ ਹਰ ਚੀਜ਼ ਹਰ ਲਫ਼ਜ਼ ਝੱਲਣ ਨੂੰ ਤਿਆਰ ਨੇ। ਪਰ ਜੇਕਰ ਪੰਥ ਦਾ, ਦੇਸ਼ ਦਾ, ਪੰਜਾਬ ਦਾ ਭਲਾ ਹੁੰਦਾ, ਕੌਮ ਦਾ ਭਲਾ ਹੁੰਦਾ ਤਾਂ ਉਹਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕੁਰਬਾਨੀ ਦੇਣ ਨੂੰ ਤਿਆਰ ਨੇ। ਸੋ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਿਰ ਪ੍ਰੋਫੈਸਰ ਸਰਚੰਦ ਸਿੰਘ ਜੀ ਨੂੰ ਬੀਜੇਪੀ ਵੱਲੋਂ ਕੀ ਟਾਰਗੇਟ ਦਿੱਤਾ ਗਿਆ, ਕੀ ਟੀਚਾ ਹੈ, ਇਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ 'ਚ ਕੀ ਹਲਚਲ ਕਰਨੀ ਹੈ, ਕਿਹੜੇ ਕਿਹੜੇ ਆਗੂ ਜਿਹੜੇ ਨੇ ਉਹਨਾਂ ਨੂੰ ਆਪਣੇ ਨਾਲ ਲਿਜਾ ਕੇ ਬੀਜੇਪੀ ਦੇ ਬੇੜੇ ਦੇ ਵਿੱਚ ਚਾੜਨਾ ਹੈ। ਇਹ ਪੌੜੀ ਦਾ ਕੰਮ ਕਰਨਗੇ ਕਿ ਮੋਢਾ ਪ੍ਰੋਫੈਸਰ ਸਰਚੰਦ ਸਿੰਘ ਦਾ ਹੋਏਗਾ ਅਤੇ ਇਸ ਮੋਢੇ 'ਤੇ ਪੈਰ ਰੱਖ ਕੇ ਕੌਣ ਕੌਣ ਅੱਗੇ ਟੱਪੇਗਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਅਪਡੇਟ ਦੇ ਲਈ ਅਸੀਂ ਲਗਾਤਾਰ ਨਜ਼ਰ ਬਣਾ ਕੇ ਰੱਖਾਂਗੇ ਕਿ ਪ੍ਰੋਫੈਸਰ ਸਰਚੰਦ ਸਿੰਘ ਦੀ ਸੋਚ ਪੰਥਕ ਹੈ ਕਿ ਜਾਂ ਬੀਜੇਪੀ ਵਾਲੀ ਹੈ। ਹਾਥੀ ਦੇ ਦੰਦਾਂ ਵਾਲੀ ਕੰਡੀਸ਼ਨ ਤੇ ਨਹੀਂ ਹੈ, ਖਾਣ ਵਾਲੇ ਹੋਰ ਤੇ ਵਿਖਾਣ ਵਾਲੇ ਹੋਰ। ਇਹ ਆਉਣ ਵਾਲੇ ਦਿਨਾਂ 'ਚ ਕਲੀਅਰ ਹੋਏਗਾ। ਜੇਕਰ ਪ੍ਰੋਫੈਸਰ ਸਾਹਿਬ ਦੀ ਸੋਚ ਪੰਥਕ ਰਹੀ, ਪੰਥਕ ਹੋਈ, ਕੌਮ ਦੇ ਲਈ ਹੋਈ, ਤਾਂ ਉਹਨਾਂ ਲੋਕਾਂ ਦੇ ਲਈ ਕਰਾਰੀ ਚੋਟ ਹੋਏਗੀ ਜਿਹੜੇ ਇਸ ਵੇਲੇ ਇਹਨਾਂ ਦੇ ਉੱਪਰ ਟਿੱਪਣੀ ਕਰ ਰਹੇ ਨੇ। ਸਮੇਂ ਦਾ ਇੰਤਜ਼ਾਰ ਕਰੋ, ਬਹੁਤ ਹੀ ਕਰਾਰੇ ਜਵਾਬ ਤੇ ਤਿੱਖੇ ਤੇ ਸੱਚੇ ਸੁੱਚੇ ਜਵਾਬ ਤੁਹਾਡੇ ਸਾਹਮਣੇ ਹੋਣਗੇ। ਵੇਖਦੇ ਰਹੋ ਹੱਕ ਸੱਚ ਦੀ ਆਵਾਜ਼ ਦਾ TV NRI।